ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਜਿੱਦਾਂ ਕਿ ਤੁਸੀਂ ਜਾਣਦੇ ਆ ਫਰੰਟ ਲਾਈਨ ਪ੍ਰੋਗਰਾਮ ਦੇ ਵਿੱਚ ਰੋਜ਼ ਅਸੀਂ ਜਿਹੜੇ 8-10 ਮੁੱਦੇ ਹੁੰਦੇ ਆ ਕੈਨੇਡਾ ਦੇ, ਜਿਨ੍ਹਾਂ ਦੇ ਉੱਤੇ ਅੱਜ ਗੱਲਬਾਤ ਚੱਲ ਰਹੀ ਹੁੰਦੀ, ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਅੱਜ ਵੀ ਐਸੇ ਤਾਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਨੀਆਂ। ਖਬਰਾਂ ਅਲਬਰਟਾ ਤੋਂ ਸ਼ੁਰੂ ਕਰਾਂਗੇ। ਅੱਜ ਜਿਹੜੇ ਮਾਮਲੇ ਨੇ, ਅਲਬਰਟਾ ਦੇ ਵਿੱਚ NDP ਵੱਧਦੀਆਂ ਕੀਮਤਾਂ ਦੀ ਜਾਂਚ ਦੀ ਮੰਗ ਕਰ ਰਹੀ ਆ। ਕੀ ਮਾਮਲਾ ਆ ਕਿ ਅਲਬਰਟਾ NDP ਨੂੰ ਇਹ ਮੰਗ ਕਰਨੀ ਪੈ ਗਈ। ਦੂਜੀ ਅੱਜ ਗੱਲਬਾਤ ਇਹ ਆ ਕਿ ਮਹਿੰਗਾਈ ਦਾ ਲੋਕਾਂ ਦੇ ਕੰਮ ਕਰਨ ਦੀ ਯੋਗਤਾ 'ਤੇ ਅਸਰ ਪੈ ਰਿਹਾ। ਮਤਲਬ ਕੀ ਆ ਕਿ ਲੋਕ ਕੈਨੇਡਾ ਦੇ ਵਿੱਚ ਕੰਮ ਦੇ ਉੱਤੇ ਵੀ ਆਪਣੇ ਖਰਚਿਆਂ ਬਾਰੇ ਸੋਚੀ ਜਾਂਦੇ ਆ ਵੀ ਗਰੋਸਰੀ ਕਿੱਥੋਂ ਲਿਆਉਣੀ ਅਤੇ ਬਾਕੀ ਕੰਮ ਕਿੱਦਾਂ ਕਰਨੇ ਆ ਅਤੇ ਖਰਚੇ ਕਿੱਦਾਂ ਪੂਰੇ ਕਰਨੇ, ਉਹਦਾ ਅਸਰ ਕੰਮ ਦੇ ਉੱਤੇ ਪੈ ਰਿਹਾ। ਇੱਕ ਅੱਜ ਹੋਰ ਸੂਚਨਾ ਆਈ ਆ ਕਿ ਕੈਨੇਡਾ ਦੇ ਵਿੱਚ 5 ਲੱਖ ਲੋਕ ਸਾਲ ਦੇ ਵਿੱਚ ਹੁਣ ਇੱਥੇ ਸੱਦੇ ਜਾਣੇ, ਪੱਕੇ ਕੀਤੇ ਜਾਣੇ ਆ। ਪਹਿਲਾਂ ਇਹ 4 ਲੱਖ ਹੁੰਦੇ ਆ, ਹੁਣ ਨੰਬਰ ਵਧਾ ਦਿੱਤਾ ਗਿਆ। ਇਹ ਵੀ ਗੱਲਬਾਤ ਤੁਹਾਡੇ ਨਾਲ ਕਰਨੀ ਆ। ਮਾਪਿਆਂ ਨੂੰ ਕੈਨੇਡਾ ਸੱਦਣ ਦੇ ਲਈ ਜਿਹੜੀਆਂ ਐਪਲੀਕੇਸ਼ਨ ਸੀ ਉਹ ਸਾਰੀਆਂ ਭੇਜ ਦਿੱਤੀਆਂ ਆ ਜਿਹੜੀ ਸਰਕਾਰ ਨੇ, ਮਹਿਕਮੇ ਨੇ, ਅਤੇ ਉਹ ਤੁਹਾਨੂੰ ਜੇ ਕਰਾਈ ਆ ਤਾਂ ਤੁਸੀਂ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਉਹਦੇ ਬਾਰੇ ਗੱਲਬਾਤ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੋਕਾ ਅਜੇ ਵੀ ਜਾਰੀ ਹੈ। ਮੀਂਹ ਪੈ ਚੁੱਕਿਆ, ਐਟਮੋਸਫੈਰਿਕ ਰਿਵਰ ਬੜਾ ਕੁਛ ਹੋ ਚੁੱਕਿਆ ਵੀਕਐਂਡ ਦੇ ਉੱਤੇ, ਪਰ ਹਜੇ ਵੀ ਪਾਣੀ ਜਿੰਨਾ ਇੱਥੇ ਚਾਹੀਦਾ ਉਹ ਘੱਟ ਆ। ਬ੍ਰਿਟਿਸ਼ ਕੋਲੰਬੀਆ ਦਾ ਇੱਕ ਹੋਰ ਮਾਮਲਾ ਜਿਹੜਾ ਕੱਲ੍ਹ ਦਾ ਚਰਚਾ ਦੇ ਵਿੱਚ ਚੱਲ ਰਿਹਾ, ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਅਨਾਊਂਸਮੈਂਟ ਕੀਤੀ ਆ BC ਫੈਮਿਲੀ ਡਾਕਟਰਾਂ ਦੇ ਲਈ ਨਵਾਂ ਪ੍ਰੋਗਰਾਮ, ਉਹ ਅੱਜ ਚਰਚਾ ਦੇ ਵਿੱਚ ਚੱਲ ਰਿਹਾ ਅਤੇ ਉਹਦੇ ਉੱਤੇ ਵੀ ਆਪਾਂ ਥੋੜ੍ਹੀ ਬਹੁਤੀ ਚਰਚਾ ਕਰਾਂਗੇ। ਅਤੇ ਜਿਹੜੇ ਕੈਨੇਡਾ ਵਾਸੀ ਆ ਤੁਹਾਡੇ ਘਰਾਂ ਦੇ ਵਿੱਚ ਜਲਦੀ ਚੈੱਕ ਆ ਰਹੇ ਆ। ਸਰਕਾਰ ਜਿਹੜੇ GST ਆ ਉਹਨੂੰ ਭੇਜ ਰਹੀ ਆ ਅਤੇ ਜਿਹੜਾ ਤੁਹਾਨੂੰ ਜਿਹਦਾ ਕੁਦਰਤੀ ਤੌਰ 'ਤੇ ਮਹਿੰਗਾਈ ਦੇ ਵਿੱਚ ਫਾਇਦਾ ਹੋਊਗਾ। ਕੈਲਗਰੀ ਦੇ ਵਿੱਚ ਇੱਕ ਨਵੇਂ ਪਲਾਂਟ ਤੋਂ ਵਿਵਾਦ ਹੋਇਆ ਆ। ਕੀ ਇਹ ਪਲਾਂਟ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਅਮਰੀਕਾ ਦੇ ਵਿੱਚ ਨੈਂਸੀ ਪੈਲੋਸੀ ਦੇ ਘਰ ਦੇ ਉੱਤੇ ਹਮਲੇ ਦੇ ਸੰਬੰਧ ਦੇ ਵਿੱਚ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਸੋਸ਼ਲ ਮੀਡੀਆ ਦੇ ਉੱਤੇ ਫਿਰ ਰਹੀ ਹੈ। ਇਹ ਕੀ ਮਾਮਲਾ, ਇਹ ਵੀ ਤੁਹਾਡੇ ਨਾਲ ਸਾਂਝਾ ਕਰਨਾ। ਸਭ ਤੋਂ ਪਹਿਲਾ ਮਾਮਲਾ ਅਲਬਰਟਾ ਦਾ। ਅਲਬਰਟਾ ਦੇ ਵਿੱਚ UCP ਇਸ ਵੇਲੇ ਪਾਰਟੀ ਦੀ ਸਰਕਾਰ ਆ ਅਤੇ ਅਲਬਰਟਾ ਦੇ ਵਿੱਚ ਵਿਰੋਧੀ ਧਿਰ NDP ਆ। NDP ਨੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਕਿਹਾ ਕਿ ਇੱਕ ਇਨਵੈਸਟੀਗੇਸ਼ਨ ਕੀਤੀ ਜਾਵੇ। ਇਨਵੈਸਟੀਗੇਸ਼ਨ ਇਸ ਗੱਲ ਦੀ ਕੀਤੀ ਜਾਵੇ ਕਿ ਜਿਹੜੀਆਂ ਗਰੋਸਰੀ ਦੀਆਂ ਕੀਮਤਾਂ ਆ ਇਹ ਅਸਮਾਨ ਨੂੰ ਕਿਉਂ ਛੂਹ ਰਹੀਆਂ, ਕਿ ਅਸਲ ਦੇ ਵਿੱਚ ਹੋਇਆ ਕੀ ਆ। ਤੁਹਾਨੂੰ ਪਤਾ ਕਿ ਇੱਦਾਂ ਦੀ ਮੰਗ ਹੀ ਸਾਡੀ ਜਿਹੜੀ ਫੈਡਰਲ NDP ਆ ਉਹਦੇ ਆਗੂ ਜਗਮੀਤ ਸਿੰਘ ਹੋਣਾ ਨੇ ਕੀਤੀ ਸੀ ਕਿ ਜਿਹੜੇ ਗਰੋਸਰੀ ਸਟੋਰਸ ਨੇ ਇਹਨਾਂ ਦੇ ਵਿੱਚ ਕੀਮਤਾਂ ਕਿਉਂ ਵੱਧ ਰਹੀਆਂ, ਇਹਦੀ ਜਾਂਚ ਪੜਤਾਲ ਕਰਵਾਈ ਜਾਵੇ। ਪਰ ਬਾਅਦ ਦੇ ਵਿੱਚ ਨਿਕਲਿਆ ਉਹਦੇ ਵਿੱਚੋਂ ਕੁਛ ਨਹੀਂ। ਜਿਹੜਾ ਕੰਪੀਟੀਸ਼ਨ ਰਿਵਿਊ ਸੀ ਉਹਨਾਂ ਨੇ ਵੀ ਬਾਅਦ ਦੇ ਵਿੱਚ ਇਹਦੇ ਨਾਲ ਗੱਲਬਾਤ ਜਿਹੜੀ ਇਸ ਸੰਬੰਧ ਦੇ ਵਿੱਚ ਕੀਤੀ ਸੀ ਕਿ ਸ਼ਾਇਦ ਜਿਹੜੇ ਸਟੋਰਸ ਨੇ ਉਹਨਾਂ ਦੇ ਉੱਤੇ ਕੰਪੀਟੀਸ਼ਨ ਦੀ ਘਾਟ ਕਰਕੇ ਗਰੋਸਰੀ ਦੀਆਂ ਕੀਮਤਾਂ ਵੱਧ ਰਹੀਆਂ। ਜਿੱਦਾਂ ਪਹਿਲਾਂ ਵੀ ਆਪਾਂ ਕਾਫੀ ਵਾਰੀ ਜ਼ਿਕਰ ਕੀਤਾ, ਕੈਨੇਡਾ ਦੇ ਵਿੱਚ ਜਿਹੜੀਆਂ 5 ਟੌਪ ਦੀਆਂ ਗਰੋਸਰੀ ਦੀਆਂ ਕੰਪਨੀਆਂ ਨੇ, ਲੌਬਲਾ, ਸੋਬੋਇਸ ਜਾਂ ਜਿਹੜੀ ਮੈਟਰੋ ਆ, ਇਹ 5 ਕੰਪਨੀਆਂ 80% ਮਾਰਕੀਟ ਨੂੰ ਕੰਟਰੋਲ ਕਰਦੀਆਂ ਆ। ਅਲਬਰਟਾ ਇੱਕ ਸੂਬੇ ਦੇ ਵਿੱਚ ਹੁਣ ਉੱਥੋਂ ਦੀ ਜਿਹੜੀ NDP ਆ ਉਹ ਮੰਗ ਕਰ ਰਹੀ ਆ ਕਿ ਜਿਹੜੀ ਅਫੋਰਡੇਬਿਲਟੀ ਆ ਇੰਨਾ ਕਦੇ ਦੇਖਿਆ ਨਹੀਂ ਗਿਆ ਸੀ ਕੈਨੇਡਾ ਦੇ ਇਤਿਹਾਸ ਦੇ ਵਿੱਚ ਜਾਂ ਅਲਬਰਟਾ ਦੇ ਇਤਿਹਾਸ ਦੇ ਵਿੱਚ। ਪਿਛਲੇ 40 ਸਾਲਾਂ ਦੇ ਵਿੱਚ ਕਦੇ ਇਹ ਹਾਲਤ ਨਹੀਂ ਆਈ ਜਿਹੜੀ ਇਸ ਵੇਲੇ ਹਾਲਤ ਆ ਗਈ ਹੈ ਕਿ ਲੋਕਾਂ ਨੂੰ ਖਾਣ ਪੀਣ ਲਈ ਸੋਚਣਾ ਪੈ ਰਿਹਾ। ਆਪਾਂ ਕੱਲ੍ਹ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੈਰਾਨੀ ਵਾਲੀ ਗੱਲ ਲੱਗਦੀ ਹੈ ਕਿ ਕੈਨੇਡਾ ਵਰਗਾ ਵਿਕਸਿਤ ਮੁਲਕ, G7 ਦੇ ਵਿੱਚੋਂ ਇੱਕ ਕੰਟਰੀ, ਦੁਨੀਆ ਦੇ ਬਿਹਤਰੀਨ ਮੁਲਕਾਂ ਦੇ ਵਿੱਚ ਇੱਕ ਮੁਲਕ, ਅਤੇ ਉਹਦੇ ਵਿੱਚ ਲੋਕਾਂ ਨੇ ਆਪਣਾ ਖਾਣਾ ਛੱਡਣਾ ਸ਼ੁਰੂ ਕਰ ਦਿੱਤਾ। ਇੱਕ ਵੇਲੇ ਦੀ ਰੋਟੀ ਛੱਡ ਦਿੱਤੀ ਹੈ ਕਿਉਂਕਿ ਉਹਨਾਂ ਕੋਲ ਖਾਣ ਲਈ ਪੈਸੇ ਹੈ ਨਹੀਂ। ਸਿੱਧੀ ਭਾਸ਼ਾ ਦੇ ਵਿੱਚ ਇਸ ਸਾਰੇ ਕੁਛ ਦਾ ਮਤਲਬ ਇਹ ਆ। ਮੀਲ ਸਕਿਪ ਕਰਨਾ ਇਹਨੂੰ ਇੱਥੇ ਕਹਿੰਦੇ ਆ। ਮੀਲ ਸਕਿਪ ਕਰਨਾ ਸ਼ੁਰੂ ਕਰ ਦਿੱਤਾ, ਜਾਂ ਜਿਹੜਾ ਬੰਦਾ ਮੀਟ ਖਾਂਦਾ ਸੀ ਉਹਨੇ ਮੀਟ ਛੱਡ ਕੇ ਕੁਛ ਹੋਰ ਖਾਣਾ ਸ਼ੁਰੂ ਕਰ ਦਿੱਤਾ। ਫਰੈਸ਼ ਫਰੂਟ ਘੱਟ ਖਾਣੇ ਸ਼ੁਰੂ ਕਰ ਦਿੱਤੇ। ਇਹ ਇਸ ਗੱਲ ਨੂੰ ਮਤਲਬ ਝੁਠਲਾਇਆ ਨਹੀਂ ਜਾ ਸਕਦਾ। ਇਹ ਅੰਕੜੇ ਆ ਜਿਹੜੇ ਕੈਨੇਡਾ ਦੀਆਂ ਵੱਖ-ਵੱਖ ਏਜੰਸੀ ਜਾਂ ਸਰਕਾਰਾਂ ਦੱਸ ਰਹੀਆਂ ਜੋ ਕੁਛ ਇਸ ਵੇਲੇ ਕੈਨੇਡਾ ਦੇ ਵਿੱਚ ਵਾਪਰ ਰਿਹਾ। ਮਹਿੰਗਾਈ ਇਸ ਵੇਲੇ ਇੱਥੇ ਤੱਕ ਵੱਧ ਚੁੱਕੀ ਆ। ਹੁਣ ਮਾਮਲਾ ਇਹ ਆ ਕਿ ਇਹ ਮਹਿੰਗਾਈ ਦੇ ਲਈ ਜ਼ਿੰਮੇਵਾਰ ਕੌਣ ਆ। ਜਿਹੜੀ NDP ਆ ਅਲਬਰਟਾ ਦੇ ਵਿੱਚ, ਉਹ ਕਹਿ ਰਹੇ ਆ ਕਿ ਹਰ ਇੱਕ ਚੀਜ਼ ਦੀਆਂ ਕੀਮਤਾਂ ਜਿਹੜੀਆਂ ਉੱਤੇ ਜਾ ਰਹੀਆਂ, ਗੈਸ ਦੀਆਂ ਵੀ, ਪਰ ਇਹ ਆ ਕਿ ਜਿਹੜੀਆਂ ਇਹ ਇੰਨੀਆਂ ਮਹਿੰਗੀਆਂ ਹੋ ਗਈਆਂ ਕਿ ਇਹ ਸਾਰੀ ਚੀਜ਼ ਲੋਕਾਂ ਦੇ ਲਈ ਅਫੋਰਡ ਕਰਨੀ ਮੁਸ਼ਕਿਲ ਹੋ ਗਈ ਆ। ਅਲਬਰਟਾ ਦੇ ਪ੍ਰੋਡਿਊਸਰਸ ਨੇ ਜਿਹੜੇ, ਹੁਣ ਰੌਲਾ ਉਹਨਾਂ ਦਾ ਇੱਥੇ ਪੈ ਰਿਹਾ, ਉਹ ਕਹਿੰਦੇ ਸਾਡੇ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ ਇੱਥੇ ਅਲਬਰਟਾ ਦੇ ਵਿੱਚ ਹੀ ਪੈਦਾ ਹੁੰਦੀਆਂ, ਉਹੀ ਗਰੋਸਰੀ ਸਟੋਰ ਦੇ ਉੱਤੇ ਆ ਰਹੀਆਂ, ਸਾਡਾ ਖਰਚਾ ਵਧਿਆ ਕੋਈ ਨਹੀਂ। ਅਤੇ ਜਿਹੜਾ ਪ੍ਰੋਡਿਊਸ ਕਰਨ ਵਾਲਾ ਉਹਨੂੰ ਕੁਛ ਨਹੀਂ ਬਚ ਰਿਹਾ, ਉਹ ਕਹਿ ਰਿਹਾ ਕਿ ਮੈਨੂੰ ਕੁਛ ਨਹੀਂ ਬਚ ਰਿਹਾ। ਅਤੇ ਜਿਹੜਾ ਗਾਹਕ ਆ ਗਰੋਸਰੀ ਸਟੋਰ ਦੇ ਉੱਤੇ ਜਾ ਕੇ ਉਹੀ ਅਲਬਰਟਾ ਦੇ ਵਿੱਚ ਪੈਦਾ ਹੋਈ ਚੀਜ਼ ਖਰੀਦ ਰਿਹਾ, ਉਹ ਕਹਿੰਦਾ ਮੇਰੇ ਲਈ ਇਹ ਚੀਜ਼ ਮਹਿੰਗੀ ਆ। ਅਤੇ ਉਹ ਵਿਚਲਾ ਪੈਸਾ ਕੌਣ ਕਮਾ ਰਿਹਾ, ਇਸ ਗੱਲ ਦੀ ਇਨਵੈਸਟੀਗੇਸ਼ਨ ਅਲਬਰਟਾ ਦੀ NDP ਅਲਬਰਟਾ ਦੇ ਵਿੱਚ ਵਿਰੋਧੀ ਧਿਰ ਮੰਗ ਕਰ ਰਹੀ ਆ ਕਿ ਪ੍ਰੋਡਿਊਸਰਸ ਜਿਹੜੇ ਇਸ ਵੇਲੇ ਹੈਗੇ ਆ ਕਿ ਉਹਨਾਂ ਨੂੰ ਗਰੋਸਰੀ ਸਟੋਰ ਦੇ ਵਿੱਚ ਵੱਧਦੀਆਂ ਕੀਮਤਾਂ ਦੇ ਵਿੱਚ ਪ੍ਰੋਡਿਊਸਰ ਦੇ ਪੱਲੇ ਕੁਛ ਨਹੀਂ ਪੈ ਰਿਹਾ। ਅਲਬਰਟਾ ਦੇ ਵਿੱਚ ਕੋਈ ਉਹਨਾਂ ਦੀ ਵੈਲਿਊ ਨਹੀਂ ਵਧੀ, ਕੋਈ ਵੈਲਿਊ ਇਨਕਰੀਜ਼ ਨਹੀਂ ਹੋਈ, ਅਤੇ ਗਰੋਸਰੀ ਸਟੋਰਸ ਦੇ ਵਿੱਚ ਫਿਰ ਵੈਲਿਊ ਕਿਸ ਤਰੀਕੇ ਨਾਲ ਵੱਧ ਗਈ
ਜੇ ਪ੍ਰੋਡਿਊਸਰ ਨਹੀਂ ਦੇਖ ਰਹੇ ਕਿ ਉਹਨਾਂ ਦੀ ਕੀਮਤਾਂ ਦੇ ਵਿੱਚ ਕੋਈ ਵਾਧਾ ਆਉਂਦਾ ਤਾਂ ਅਲਬਰਟਾ ਵਾਸੀ ਜ਼ਿਆਦਾ ਕਿਉਂ ਪੇ ਕਰ ਰਹੇ ਆ। ਇਹ ਵਿਚਲਾ ਪੈਸਾ ਕਿੱਥੇ ਜਾ ਰਿਹਾ, ਅਸਲ ਦੇ ਵਿੱਚ ਇਸ ਪੈਸੇ ਤੋਂ ਬੈਨੀਫਿਟ ਕੌਣ ਲੈ ਰਿਹਾ, ਇਸ ਗੱਲ ਦੀ ਜਾਂਚ ਅਲਬਰਟਾ NDP ਕਰਨ ਦੇ ਲਈ ਮੰਗ ਕਰ ਰਹੀ ਹੈ। ਸ਼ਾਇਦ ਇਸ ਇਨਵੈਸਟੀਗੇਸ਼ਨ ਦੇ ਵਿੱਚੋਂ ਕੁਝ ਨਿਕਲ ਆ ਜਾਏ। ਉਹ ਕਹਿੰਦੇ ਸਾਨੂੰ ਇੱਕ ਇਨਵੈਸਟੀਗੇਸ਼ਨ ਚਾਹੀਦੀ ਜਿਹੜੀ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਹੋਵੇ, ਜਿਹੜੇ ਪ੍ਰੋਡਿਊਸਰ ਨੂੰ ਵੀ ਪ੍ਰੋਟੈਕਟ ਕਰੇ ਤੇ ਸਾਡਾ ਜਿਹੜਾ ਉਹ ਕਹਿੰਦੇ ਕੰਜ਼ਿਊਮਰ ਆ ਉਹਨੂੰ ਵੀ ਪ੍ਰੋਟੈਕਟ ਕਰੇ। ਫੂਡ ਪ੍ਰਾਈਸ ਇੰਨੇ ਜ਼ਿਆਦਾ ਵੱਧ ਚੁੱਕੇ ਆ ਕਿ ਹੁਣ ਉਹਦੇ ਕਾਰਨ ਕਈ ਦੱਸੇ ਜਾ ਰਹੇ ਆ। ਕੁਝ ਕਹਿੰਦੇ ਵੀ ਜਿਹਦਾ ਮਾਹਰ ਇਹ ਦੱਸਦੇ ਆ ਕਿ ਜਿਹੜਾ ਕੈਨੇਡੀਅਨ ਡਾਲਰ ਵੀਕ ਹੋਇਆ ਇਸ ਕਰਕੇ ਫੂਡ ਪ੍ਰਾਈਸਿਸ ਵੱਧ ਗਏ ਆ। ਜਾਂ ਕੱਲ੍ਹ ਇਹ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅਲਬਰਟਾ ਦੇ ਵਿੱਚ ਜਿਹੜੇ ਫੂਡ ਬੈਂਕ ਯੂਜ਼ ਕਰਨ ਵਾਲੇ ਲੋਕ ਨੇ ਇਨਫਲੇਸ਼ਨ ਤੋਂ ਬਾਅਦ ਅਤੇ ਇੰਟਰਸਟ ਰੇਟ ਤੋਂ ਬਾਅਦ ਉਹਨਾਂ ਦੀ ਜਿਹੜੀ ਗਿਣਤੀ ਆ ਬਹੁਤ ਜ਼ਿਆਦਾ ਵੱਧ ਗਈ ਆ। ਸੋ ਅਲਬਰਟਾ ਦੇ ਫੂਡ ਬੈਂਕਸ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਜਿਹੜੀਆਂ ਫੂਡ ਬੈਂਕਸ ਨੇ ਉਹਨਾਂ ਦੇ ਵਿੱਚ ਲੋਕਾਂ ਦੀ ਗਿਣਤੀ ਜ਼ਿਆਦਾ ਵੱਧ ਗਈ ਆ। ਜਿਹੜੇ ਜਾਣ ਵਾਲਿਆਂ ਦੀ ਮਤਲਬ ਜਿਹੜੇ ਘਰ ਦੇ ਵਿੱਚ ਭੋਜਨ ਜਿਨ੍ਹਾਂ ਕੋਲ ਹੈ ਨਹੀਂ ਉਹ ਫੂਡ ਬੈਂਕ ਤੋਂ ਜਾ ਕੇ ਆਪਣਾ ਭੋਜਨ ਲੈਂਦੇ ਆ ਅਤੇ ਉਹਨਾਂ ਦੀ ਗਿਣਤੀ ਪੂਰੇ ਕੈਨੇਡਾ 'ਚ ਹੀ ਵਧੀ ਹੈ। ਪਰ ਅਲਬਰਟਾ ਅਤੇ ਸਸਕਾਚਵਨ ਕੱਲ੍ਹ ਆਪਾਂ ਗੱਲ ਕੀਤੀ ਸੀ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਦੀ ਗਿਣਤੀ ਵਧੀ ਹੈ। ਅਤੇ ਹੁਣ ਇਹਦੇ ਦੂਜਾ ਇਹ ਆ ਜਿਹੜਾ ਇੱਕ ਸਵਾਲ ਇਹਦੇ ਨਾਲ ਇਹ ਪੈਦਾ ਹੋ ਰਿਹਾ ਔਰ ਜਿਹੜੀ ਗੱਲ ਹੀ ਲਗਭਗ ਅਲਬਰਟਾ NDP ਕਰ ਰਹੀ ਆ ਕਿ ਮਹਿੰਗਾਈ ਤੋਂ ਲੈ ਕੇ ਵਿਆਜ ਦਰ ਵਧਣ ਤੋਂ ਲੈ ਕੇ ਗਰੋਸਰੀ ਦੇ ਰੇਟ ਵਧਣ ਤੱਕ ਵਿੱਚੋਂ ਫਾਇਦਾ ਕੌਣ ਲੈ ਰਿਹਾ, ਕਿਹਨੂੰ ਫਾਇਦਾ ਹੋ ਰਿਹਾ ਸਾਰੇ ਕੁਝ ਦੇ ਵਿੱਚ। ਇਨਫਲੇਸ਼ਨ ਰੇਟ 6.9 ਸਤੰਬਰ ਦੇ ਵਿੱਚ ਸੀਗਾ। ਇਨਫਲੇਸ਼ਨ 6.9 ਗਿਣ ਰਹੇ ਆ ਪਰ ਗਰੋਸਰੀ ਦੀਆਂ ਕੀਮਤਾਂ ਨਹੀਂ ਘਟ ਰਹੀਆਂ। ਉਹ 10% ਤੋਂ ਵੀ ਉੱਤੇ ਕਿਤੇ ਜਾ ਕੇ ਦੇਖਣ ਨੂੰ ਮਿਲ ਰਹੀਆਂ ਹੈ। ਸੋ ਇਹਦੀ ਇਨਵੈਸਟੀਗੇਸ਼ਨ ਉਹ ਕਹਿੰਦੇ ਹੋਣੀ ਚਾਹੀਦੀ ਹੈ। ਦੇਖੋ ਇਨਵੈਸਟੀਗੇਸ਼ਨ ਇਹਦੀ ਜਿਹੜੀ ਆ ਕੰਪੀਟੀਸ਼ਨ ਬਿਊਰੋ ਆਫ ਕੈਨੇਡਾ ਪਹਿਲਾਂ ਵੀ ਗੱਲਬਾਤ ਹੋਈ ਸੀ ਇਹ ਸਾਰੇ ਕੁਛ ਦੇ ਵਿੱਚ ਚੱਲ ਰਹੀ ਹੈ ਜਿਹੜੀ ਇਨਵੈਸਟੀਗੇਸ਼ਨ ਕੰਪੀਟੀਸ਼ਨ ਬਿਊਰੋ ਆਫ ਕੈਨੇਡਾ ਵੱਲੋਂ। ਅਤੇ ਸ਼ਾਇਦ ਉਹਦੇ ਵਿੱਚੋਂ ਕੁਛ ਸਾਹਮਣੇ ਆਵੇ। ਜਿਹੜੇ ਕੁਛ ਇਹਦੇ ਹੈਗੇ ਨੇ ਐਗਰੀ ਫੂਡ ਐਨਾਲਿਟਿਕ ਐਕਸਪਰਟ ਨੇ ਉਹ ਇਹਦੇ ਬਾਰੇ ਦੱਸ ਰਹੇ ਆ ਕਿ ਇਨਵੈਸਟੀਗੇਸ਼ਨ ਹੋਊਗੀ ਜਾਂ ਇਹਦਾ ਕੋਈ ਫਾਇਦਾ ਹੋਊਗਾ ਜਾਂ ਨਹੀਂ। ਪਰ ਇਹ ਜ਼ਰੂਰ ਆ ਕਿ ਲੋਕਾਂ ਨੂੰ ਘੱਟੋ ਘੱਟ ਇਹਨਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ ਕਿ ਘੱਟੋ ਘੱਟ ਮਹਿੰਗਾਈ ਦੇ ਨਾਲ ਕੌਣ ਜ਼ਿੰਮੇਵਾਰ ਆ। ਇਹਨੂੰ ਇਨਫਲੇਸ਼ਨ ਦੇ ਨਾਲ ਜਿਹੜੀ ਇੱਕ ਲਾਲਚ ਜੁੜਿਆ ਆ ਕਿ ਸਟੋਰ ਵਾਲੇ ਆਪਣੇ ਆਪ ਹੀ ਜਿਹੜਾ ਉਹ ਵਧਾ ਲੈਂਦੇ ਆ ਅਤੇ ਫਾਇਦਾ ਫਿਰ ਲੋਕਾਂ ਨੂੰ ਹੋਣ ਦੀ ਬਜਾਏ ਜਿਹੜੇ ਸਟੋਰ ਵਾਲੇ ਆ ਉਹਨਾਂ ਨੂੰ ਸਿੱਧਾ ਹੋਣ ਲੱਗ ਜਾਂਦਾ। ਸੋ ਇਸ ਵੇਲੇ ਇਸ ਗੱਲ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਆ। ਮਿਨਿਸਟਰੀ ਆਫ ਅਵੇਲੇਬਿਲਿਟੀ ਐਂਡ ਯੂਟਿਲਿਟੀਜ਼ ਨੇ ਸਾਰੇ ਅਲਬਰਟਸ ਦੇ ਲਈ ਸਪੋਰਟ ਕ੍ਰੀਏਟ ਕੀਤੀ ਆ ਇਸ ਔਖੇ ਸਮੇਂ ਦੇ ਵਿੱਚ। ਕੈਨੇਡਾ ਦੇ ਵਿੱਚ ਜਿਹੜੇ ਲੋਕ ਨੇ ਇਸ ਵੇਲੇ ਔਖੇ ਸਮੇਂ ਦੇ ਵਿੱਚੋਂ ਲੰਘ ਰਹੇ ਆ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ। ਦੂਜੇ ਪਾਸੇ ਵੱਧਦੀਆਂ ਵਿਆਜ ਦਰਾਂ ਉਹਨੇ ਉਲਟਾ ਲੋਕਾਂ ਦਾ ਜਿਹੜਾ ਮਤਲਬ ਅਫੋਰਡੇਬਿਲਟੀ ਹੈ ਉਹ ਘਟਾ ਦਿੱਤੀ ਆ। ਲੋਕ ਅਫੋਰਡ ਨਹੀਂ ਕਰ ਸਕਦੇ ਕੁਛ ਵੀ ਖਾਣਾ ਪੀਣਾ ਜਾਂ ਖਰੀਦਣਾ। ਹੁਣ ਇਹ ਸਾਰੇ ਕੁਛ ਦੇ ਵਿੱਚ ਜੇ ਅਲਬਰਟਾ NDP ਮੰਗ ਕਰ ਰਹੀ ਹੈ ਅਤੇ ਹੋ ਸਕਦਾ ਉਹਦੇ ਵਿੱਚੋਂ ਕੁਛ ਨਾ ਕੁਛ ਪਤਾ ਲੱਗੇ ਕਿ ਵਿੱਚ ਵਿਚਾਲੇ ਕੌਣ ਜਿਹੜਾ ਪੈਸੇ ਤੋਂ ਪ੍ਰੋਫਿਟ ਲੈ ਰਿਹਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀਆਂ 2-3 ਟੌਪ ਦੀਆਂ ਕੈਨੇਡਾ ਦੀਆਂ ਕੰਪਨੀਆਂ ਨੇ ਜਿਹੜੀਆਂ ਗਰੋਸਰੀ ਵੇਚਦੀਆਂ ਨੇ ਜਿਹੜੇ ਵਾਲਮਾਰਟ ਅਤੇ ਦੂਜੇ ਸੁਪਰ ਸਟੋਰ ਅਤੇ ਇਹਨਾਂ ਸਾਰਿਆਂ ਨੂੰ ਜਿਹੜੀਆਂ ਪਿੱਛੇ ਕੰਪਨੀਆਂ ਨੇ ਉਹ ਬਿਨਾਂ ਸ਼ੱਕ ਵੱਡੇ ਫਾਇਦੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਗਈਆਂ। ਇਹ ਦੱਸਦੇ ਆ ਕਿ ਗੈਸ ਦੀਆਂ ਕੀਮਤਾਂ ਵਧਣ ਦੇ ਨਾਲ ਸਾਰਾ ਕੁਛ ਵੱਧਦਾ ਹੈ। ਕੱਲ੍ਹ ਅਸੀਂ ਇਹ ਵੀ ਖਬਰ ਕੀਤੀ ਸੀ ਕਿ ਜਿਹੜੀਆਂ ਗੈਸ ਦੀਆਂ 2-3 ਕੰਪਨੀਆਂ ਆ ਐਗਜ਼ੋਨ ਆ ਜਾਂ ਸ਼ੈਵਰੋਨ ਆ ਇਹਨਾਂ ਦੇ ਵਿੱਚ ਵੀ ਰਿਕਾਰਡ ਵਾਧਾ ਹੋਇਆ ਪਿਛਲੇ ਕੁਆਟਰ ਦੇ ਵਿੱਚ ਜਿਹੜਾ ਪਹਿਲਾਂ ਨਹੀਂ ਹੋਇਆ ਸੀ। ਸੋ ਬਿਨਾਂ ਸ਼ੱਕ ਕੁਦਰਤੀ ਗੱਲ ਕਿ ਵਿਚਲਾ ਜਿਹੜਾ ਪੈਸਾ ਇਹ ਕੰਪਨੀਆਂ ਦੇ ਹੱਥਾਂ ਦੇ ਵਿੱਚ ਜਾ ਰਿਹਾ ਹੈ। ਮਹਿੰਗਾਈ ਕੈਨੇਡਾ ਦੇ ਵਿੱਚ ਵੱਧ ਗਈ ਆ। ਰੋਜ਼ ਹੀ ਜਿਹੜੀਆਂ 2-3 ਖਬਰਾਂ ਅਸੀਂ ਤੁਹਾਡੇ ਨਾਲ ਜਾਂ ਮੁੱਦੇ ਸਾਂਝੇ ਕਰਦੇ ਹਾਂ ਉਹਨਾਂ ਦੇ ਵਿੱਚੋਂ ਮਹਿੰਗਾਈ ਦਾ ਮੁੱਦਾ ਇੱਕ ਰੋਜ਼ਾਨਾ ਹੀ ਮੁੱਦਾ ਹੁੰਦਾ ਕਿ ਮਹਿੰਗਾਈ ਦਾ ਕੋਈ ਨਾ ਕੋਈ ਅਸਰ। ਅੱਜ ਇੱਕ ਮਾਮਲਾ ਹੋਰ ਸਾਹਮਣੇ ਆਇਆ। ਕਹਿੰਦੇ ਵੀ ਜਿਹੜੀ ਮਹਿੰਗਾਈ ਵਧੀ ਹੈ ਇਹਦੇ ਨਾਲ ਲੋਕਾਂ ਦਾ ਧਿਆਨ ਕੰਮ ਤੋਂ ਹਟ ਕੇ ਉੱਧਰਲੇ ਪਾਸੇ ਜ਼ਿਆਦਾ ਚਲੇ ਗਿਆ। ਇੱਕ ਬੰਦਾ ਜਿਹੜਾ ਕੰਮ ਕਰ ਰਿਹਾ ਕੰਮ ਤਾਂ ਉੱਥੇ ਕਰ ਰਿਹਾ ਆਪਣੇ ਕੰਮ ਦੇ ਉੱਤੇ ਪਰ ਉਹਦਾ ਧਿਆਨ ਇਸ ਗੱਲ ਦੇ ਵਿੱਚ ਆ ਕਿ ਮੈਂ ਆਪਣੇ ਫਾਈਨੈਂਸ ਕਿੱਦਾਂ ਮੈਨੇਜ ਕਰਨੇ ਆ ਜਾਂ ਜਿਹੜਾ ਉਹਨੇ ਆਪਣੇ ਘਰ ਦਾ ਜਿਹੜਾ ਖਰਚਾ ਪਾਣੀ ਆ ਉਹ ਕਿੱਦਾਂ ਚਲਾਉਣਾ ਉਹਦਾ ਅਸਰ ਪ੍ਰੋਡਕਟੀਵਿਟੀ ਦੇ ਉੱਤੇ ਪੈ ਰਿਹਾ। ਇਹ ਇੱਕ ਨਵੀਂ ਸਟੱਡੀ ਆਈ ਆ ਅਤੇ ਹੁਣ ਜਿਹੜਾ ਇਹਨੂੰ ਇਸ ਤਰੀਕੇ ਦੇ ਨਾਲ ਵੀ ਦੇਖਿਆ ਜਾ ਰਿਹਾ। ਇੱਕ ਲੇਟੈਸਟ ਸਰਵੇ ਕੀਤਾ ਨੈਸ਼ਨਲ ਜਿਹੜਾ ਪੇਰੋਲ ਇੰਸਟੀਚਿਊਟ ਹੈਗਾ ਉਹਨਾਂ ਨੇ ਕੈਨੇਡੀਅਨਸ ਦੇ ਇਸ ਗੱਲ ਦੇ ਉੱਤੇ ਕਿਹਾ ਕਿ ਜਿਹੜੇ ਉਹ ਡਿਸਟਰੈਕਟ ਹੋਏ ਆ ਉਹਨਾਂ ਦੇ ਫਾਈਨੈਂਸਿਸ ਦੇ ਨਾਲ ਅਤੇ ਉਹਦਾ ਇੰਪੈਕਟ ਇਕੋਨਮੀ ਦੇ ਉੱਤੇ ਪੈ ਰਿਹਾ। ਅਮਰੀਕਾ ਦੇ ਵਿੱਚੋਂ ਵੀ ਅੱਜ ਲਗਭਗ ਇੱਦਾਂ ਦੀ ਖਬਰ ਹੀ ਸਵੇਰੇ ਆਈ ਆ ਵੀ ਉੱਥੇ ਓਵਰਆਲ ਹੀ ਉਹ ਕਹਿੰਦੇ ਪ੍ਰੋਡਕਸ਼ਨ ਘਟ ਗਈ ਹੈ ਸਾਰਿਆਂ ਦੀ। ਮਤਲਬ ਜਿੰਨਾ ਕੰਮ ਇਹ ਕਰਦੇ ਸੀ ਉਹ ਕੰਮ ਨਹੀਂ ਕਰ ਰਿਹਾ। ਪਤਾ ਨਹੀਂ ਥੱਕ ਗਏ ਆ, ਪਤਾ ਨਹੀਂ ਅੱਕ ਗਏ ਆ, ਕੰਮ ਓਨਾ ਨਹੀਂ ਹੋ ਰਿਹਾ ਜਿੰਨਾ ਹੋਣਾ ਚਾਹੀਦਾ ਸੀ। ਅਤੇ ਕੈਨੇਡਾ ਦੇ ਵਿੱਚ ਜਿਹੜੀ ਇਹ ਖਬਰ ਆ ਕਿ ਲੋਕਾਂ ਦਾ ਇਸ ਮਹਿੰਗਾਈ ਦੇ ਕਰਕੇ ਡਿਸਟਰੈਕਸ਼ਨ ਹੋ ਰਹੀ ਹੈ, ਧਿਆਨ ਭਟਕ ਰਿਹਾ ਕੰਮ ਤੋਂ। ਇੰਸਟੀਚਿਊਟ ਨੇ ਇਹਨੂੰ ਡਿਸਟਰੈਕਸ਼ਨ ਸਬਟਰੈਕਸ਼ਨ ਇੱਕ ਸ਼ਬਦ ਵਰਤੇ ਆ 2।
ਇਸ ਇੰਸਟੀਚਿਊਟ ਨੇ ਜਿਹੜਾ ਸਰਵੇ ਕੀਤਾ ਉਹਦੇ ਵਿੱਚੋਂ, ਤੇ ਉਹ ਕਹਿੰਦੇ ਕਿ ਜਿਹੜਾ ਬੰਦੇ ਦੇ ਦਿਨ ਦਾ ਇੱਕ ਵੱਡਾ ਟਾਈਮ ਆ ਉਹ ਉਹਦੇ ਫਾਈਨੈਂਸਿਸ ਨੂੰ ਡੀਲ ਕਰਨ ਦੇ ਵਿੱਚ ਚਲਿਆ ਜਾਂਦਾ ਹੈ, ਤੇ ਜਿਹਦਾ ਸਿੱਧਾ ਸਿੱਧਾ ਅਸਰ ਉਹਦੀ ਪ੍ਰੋਡਕਟੀਵਿਟੀ ਦੇ ਉੱਤੇ ਪੈ ਰਿਹਾ ਹੈ। ਇਹਦੇ ਇਸੇ ਕਰਕੇ ਹੁਣ ਜਿਹੜਾ 20% ਕੈਨੇਡੀਅਨ ਆ, ਜਿਹੜਾ ਸਰਵੇ ਆਇਆ ਸੀ ਆਪਣੇ ਕੋਲ, ਜਿਹੜਾ ਸਰਵੇ ਦੱਸਦਾ ਸੀ ਕਿ 20% ਕੈਨੇਡੀਅਨ ਨੇ ਮੀਲ ਸਕਿਪ ਕਰਨਾ ਸ਼ੁਰੂ ਕਰ ਦਿੱਤਾ ਆਪਣੀ ਫੂਡ ਕਾਸਟ ਨੂੰ ਘਟਾਉਣ ਦੇ ਲਈ। ਮਤਲਬ ਗਰੋਸਰੀ ਦੀਆਂ ਕੀਮਤਾਂ, ਬਿੱਲ ਘਟਾਉਣ ਦੇ ਲਈ ਉਹਨਾਂ ਨੇ ਇੱਕ ਵੇਲੇ ਦਾ ਖਾਣਾ ਛੱਡਣਾ ਸ਼ੁਰੂ ਕਰ ਦਿੱਤਾ। ਹੁਣ ਇਹ ਵਰਕ ਜਿਹੜਾ ਇਹ ਸਾਰਾ ਇਕੋਨਮੀ ਦੇ ਉੱਤੇ ਜਿੱਦਾਂ ਅਸਰ ਪੈ ਰਿਹਾ, ਔਰ ਉਹਦੇ ਤੋਂ ਜ਼ਿਆਦਾ ਉਹਦਾ ਅਸਰ ਫਿਰ, ਕਿਉਂਕਿ ਜਿੰਨੀ ਪ੍ਰੋਡਕਟੀਵਿਟੀ ਅਸਰ ਤੇ ਉਹਦਾ ਨੈਸ਼ਨਲ ਜਿਹੜੀ GDP ਆ ਉਹਦੇ ਉੱਤੇ ਪੈਣਾ ਆ। ਤੇ ਇਹ ਰਿਸਰਚ ਦੱਸ ਰਹੀ ਆ ਕਿ ਜਿਹੜੇ ਇਹਦਾ ਅੰਪਲੋਇਰ ਨੂੰ ਘੱਟੋ ਘੱਟ ਅਸਰ ਹੋਣਾ, ਕਿਉਂਕਿ ਵਰਕਰ ਪੂਰਾ ਕੰਮ ਧਿਆਨ ਨਾਲ ਨਹੀਂ ਕਰ ਰਿਹਾ, ਉਹਦਾ ਧਿਆਨ ਕਿਤੇ ਹੋਰ ਆ, ਤਾਂ ਉਹਦਾ ਅਸਰ ਸਿੱਧਾ ਹੀ ਜਿਹੜਾ ਮਾਲਕ ਆ ਉਹਨੂੰ ਪੈ ਰਿਹਾ। ਤੇ ਇਹ ਰਿਸਰਚ ਇਹ ਦੱਸ ਰਹੀ ਆ ਕਿ ਅੰਪਲੋਇਰਸ ਨੂੰ $40 ਮਿਲੀਅਨ ਦੀ ਇੱਕ ਸਾਲ ਦਾ ਲਗਭਗ ਇਹਦਾ $40 ਬਿਲੀਅਨ ਜਿਹੜਾ ਆ ਉਹ ਕਾਸਟ ਹੋਊਗੀ। ਮਤਲਬ ਉਹਨਾਂ ਘਾਟਾ ਸਾਰੇ ਜਿਹੜੇ ਅੰਪਲੋਇਰ ਨੇ ਕੈਨੇਡਾ ਦੇ ਵਿੱਚ ਸਾਲ ਦੇ ਵਿੱਚ $40 ਬਿਲੀਅਨ ਦਾ ਘਾਟਾ ਇਹਦੇ ਨਾਲ ਦੱਸਿਆ ਜਾ ਰਿਹਾ ਆ। ਕਿ ਉਹਨਾਂ ਨੇ ਐਵਰੇਜ ਜਿਹੜਾ ਇੱਕ ਫਾਈਨੈਂਸ਼ੀਅਲੀ ਸਟਰੈਸਡ ਵਰਕਰ ਆ, ਉਹ ਬੰਦਾ ਜਿਹਨੂੰ ਪੈਸੇ ਧੇਲੇ ਦਾ ਫਿਕਰ ਪਿਆ, ਉਹ ਇਹੀ ਸੋਚੀ ਜਾਂਦਾ, ਉਹ ਘੱਟੋ ਘੱਟ ਰੋਜ਼ ਅੱਧਾ ਘੰਟਾ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨਾਲ ਡੀਲ ਕਰਨ ਦੇ ਉੱਤੇ ਲਾਉਂਦਾ, ਤੇ ਉਹ ਕੰਮ ਨਹੀਂ ਕਰਦਾ ਜਿਹੜਾ ਉਹਦੇ ਹੱਥ ਦੇ ਵਿੱਚ ਉਸ ਵੇਲੇ ਹੁੰਦਾ। ਵੀ ਔਨ ਐਨ ਐਵਰੇਜ ਬਹੁਤ ਸਾਰੇ ਲੋਕ ਇਸ ਵੇਲੇ ਇਹਦੇ ਉੱਤੇ ਹੈਗੇ ਆ, ਸਟਰੈਸ ਦੇ ਵਿੱਚ ਹੈਗੇ ਆ, ਫਾਈਨੈਂਸ਼ੀਅਲ ਸਟਰੈਸ ਦੇ ਵਿੱਚ। ਘਰਾਂ ਦੀ ਮੌਰਗੇਜ, ਹੋਰ ਸਾਰਾ ਕੁਝ, ਵਿਆਜ ਦਰਾਂ ਵੱਧ ਗਈਆਂ, ਲਗਭਗ ਦੁੱਗਣੀਆਂ ਹੋ ਗਈਆਂ। ਜੇ ਕਿਸੇ ਦੀ $4000 ਦੇ ਨੇੜੇ ਕਿਸ਼ਤ ਸੀ ਤੇ ਉਹ 6-7 ਨੇੜੇ ਪਹੁੰਚ ਗਿਆ। $6-7 ਦੀ ਕਿਸ਼ਤ ਦੇਣੀ ਬਹੁਤ ਔਖੀ ਹੋ ਗਈ ਹੈ। ਕੱਲ੍ਹ ਵੀ ਆਪਾਂ ਇਸ ਮਸਲੇ ਦੇ ਉੱਤੇ ਗੱਲਬਾਤ ਕੀਤੀ ਸੀ। ਸੋ ਇਹ ਜਿਹੜੀ ਸਟੱਡੀ ਆ ਜਾਂ ਇਹ ਦੱਸ ਰਹੀ ਆ ਕਿ ਔਨ ਐਨ ਐਵਰੇਜ ਜਿਹੜਾ ਬੰਦਾ ਪੈਸੇ ਤੇ ਲੈ ਲਓ, ਤੰਗੀ ਆ ਗਈ ਆ ਉਹਨੂੰ, ਤੇ ਉਹ ਅੱਧਾ ਘੰਟਾ ਰੋਜ਼ ਘੱਟੋ ਘੱਟ ਇਹਦੇ ਬਾਰੇ ਸੋਚਦਾ ਜ਼ਰੂਰ ਆ। ਤੇ ਜਦੋਂ ਉਹ ਇਹਦੇ ਬਾਰੇ ਸੋਚਦਾ, ਉਹਦਾ ਕੰਮ ਪੂਰਾ ਨਹੀਂ ਹੁੰਦਾ ਜਿਹੜਾ ਉਹ ਕਰ ਰਿਹਾ ਹੁੰਦਾ, ਤੇ ਜਿਹਦਾ ਸਿੱਧਾ ਨੁਕਸਾਨ ਜਿਹੜੀ ਉਹ ਪ੍ਰੋਡਕਸ਼ਨ ਨੂੰ ਪੈਂਦੀ ਹੈ। ਤੇ ਪ੍ਰੋਡਕਸ਼ਨ ਦਾ ਨੁਕਸਾਨ ਜੇਕਰ ਸਾਰੇ ਮਾਲਕਾਂ ਦਾ ਇੱਕ ਸਾਲ ਦਾ ਕੈਨੇਡਾ 'ਚ ਗਿਣਿਆ ਜਾਵੇ ਤਾਂ $40 ਬਿਲੀਅਨ ਦੱਸਿਆ ਜਾ ਰਿਹਾ, ਕਿ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਆ। ਨੈਸ਼ਨਲ ਪੇਰੋਲ ਇੰਸਟੀਚਿਊਟ ਨੇ ਇਹ ਜਿਹੜੀ ਫਾਈਂਡਿੰਗਸ ਆ ਸਾਡੇ ਸਾਹਮਣੇ ਦੱਸੀਆਂ ਆ। ਲਗਾਤਾਰ ਮਤਲਬ ਹਫ਼ਤੇ ਦੀ ਹਫ਼ਤੇ, ਮਹੀਨੇ ਦੀ ਮਹੀਨੇ ਫਿਰ ਪ੍ਰੋਡਕਟੀਵਿਟੀ ਜਿਹੜੀ ਆ ਉਹ ਜਾਂਦੀ ਰਹਿੰਦੀ ਆ। ਇਹਦੇ ਵਿੱਚ ਇੱਕ ਸਰਵੇ ਹੋਇਆ ਜਿਹੜਾ ਇਕੁਇਫੈਕਸ ਆ, ਜਿਹੜੀ ਕ੍ਰੈਡਿਟ ਦਾ ਆਪਣਾ ਸਾਰਾ ਹਿਸਾਬ ਕਿਤਾਬ ਰੱਖਣ ਵਾਲੀਆਂ 2 ਕੰਪਨੀਆਂ, ਉਹਨਾਂ ਦੇ ਵਿੱਚੋਂ ਇੱਕ ਇਕੁਇਫੈਕਸ ਆ। ਇਕੁਇਫੈਕਸ ਨੇ ਦੱਸਿਆ ਕਿ ਜਿਹੜੇ ਜ਼ਿਆਦਾ ਕੈਨੇਡੀਅਨਸ ਨੇ ਉਹ ਕ੍ਰੈਡਿਟ ਕਾਰਡ ਤੇ ਕ੍ਰੈਡਿਟ ਲਾਈਨ ਆਫ ਕ੍ਰੈਡਿਟ ਨੂੰ ਪੇ ਕਰਨ ਦੇ ਲਈ ਵਰਤ ਰਹੇ ਆ ਆਪਣੀਆਂ ਜਿਹੜੀਆਂ ਚੀਜ਼ਾਂ ਖਰੀਦਣ ਲਈ ਜਾਂ ਸਰਵਿਸਿਜ਼ ਲਈ। ਸੋ ਕ੍ਰੈਡਿਟ ਕਾਰਡਾਂ ਦੇ ਉੱਤੇ ਵਰਤੋਂ ਵੱਧ ਗਈ ਆ ਲੋਕਾਂ ਦੀ। ਇਕੁਇਫੈਕਸ ਮੋਨੀਟਰ ਕਰਦੀ ਹੈ ਸਾਰੇ ਤੁਹਾਡੇ ਕ੍ਰੈਡਿਟ ਦੇ, ਜਦੋਂ ਤੁਸੀਂ ਸਕੋਰ ਵੀ ਚੈੱਕ ਕਰਦੇ ਆ ਤੇ ਉਹਨੂੰ ਉਹਦੇ ਉੱਤੇ ਇਕੁਇਫੈਕਸ ਦੇ ਉੱਤੇ ਜਾ ਕੇ ਚੈੱਕ ਕੀਤਾ ਜਾਂਦਾ। ਇਹ ਇਕੁਇਫੈਕਸ ਨੇ ਦੱਸਿਆ ਵੀ ਹੁਣ ਕ੍ਰੈਡਿਟ ਕਾਰਡਾਂ ਦੀ ਵਰਤੋਂ ਲੋਕਾਂ ਦੀ ਵੱਧ ਗਈ ਹੈ, ਲਾਈਨ ਆਫ ਕ੍ਰੈਡਿਟ ਦੀ ਵੱਧ ਗਈ ਹੈ, ਜਾਂ ਤਾਂ ਗਰੋਸਰੀ ਜਾਂ ਦੂਜੀਆਂ ਚੀਜ਼ਾਂ ਖਰੀਦਣ ਦੀ ਲਈ ਇਹਦੀ ਵਰਤੋਂ ਜ਼ਿਆਦਾ ਕਰ ਰਹੇ ਆ, ਜਾਂ ਜਿਹੜੀਆਂ ਸਰਵਿਸਿਜ਼ ਲੈ ਰਹੇ, ਕੋਈ ਇੰਟਰਨੈਟ ਦਾ ਬਿੱਲ ਆ, ਕੋਈ ਰੈਂਟ ਪੇ ਕਰ ਰਿਹਾ, ਉਹ ਵੀ ਇੱਧਰਲੇ ਪਾਸਿਓਂ ਜਾ ਰਹੇ, ਜਿਹੜਾ ਸਿੱਧਾ ਦੱਸਦਾ ਕਿ ਲੋਕ ਇਸ ਵੇਲੇ ਤੰਗ ਨੇ। ਜਿਹੜੀ ਇੱਕ ਇਹਨੇ ਇੱਕ ਹੋਰ ਚੀਜ਼ ਵੀ ਦੱਸੀ ਆ ਕਿ ਐਵਰੇਜ ਜਿਹੜਾ ਨਾਨ ਮੌਰਗੇਜ ਡੈਟ ਆ, ਜਿਹੜਾ 21,000 ਤੋਂ ਜ਼ਿਆਦਾ ਇਸ ਸਤੰਬਰ ਤੱਕ ਸੀਗਾ, ਤੇ ਇਹ ਕਹਿੰਦੇ ਕਦੇ ਦੇਖਿਆ ਨਹੀਂ ਸੀ ਗਿਆ ਇਸ ਸਮੇਂ ਦੇ ਵਿੱਚ ਇੰਨਾ ਜ਼ਿਆਦਾ ਕਿ ਲੋਕਾਂ ਦੇ ਉੱਤੇ ਬੋਝ ਹੋਊਗਾ। ਸੋ ਇਸ ਵੇਲੇ ਇੱਕ ਵੱਡੀ ਚਿੰਤਾ ਲੋਕਾਂ ਦੇ ਮਨਾਂ ਵਿੱਚ ਵੀ ਆ, ਉਹ ਫਾਈਨੈਂਸਿਸ ਨੂੰ ਲੈ ਕੇ ਆ, ਮਹਿੰਗਾਈ ਨੂੰ ਲੈ ਕੇ ਆ, ਪਰ ਉਹਦਾ ਅਸਰ ਜਿਹੜਾ ਪ੍ਰੋਡਕਟੀਵਿਟੀ ਦੇ ਉੱਤੇ ਵੀ ਪੈ ਰਿਹਾ। ਇੱਥੇ ਫਿਰ ਇਹ ਗੱਲ ਦੱਸ ਦੇਣੀ ਚਾਹੁੰਦੇ ਆ, ਇਹ ਕੈਨੇਡਾ ਦੀ ਗੱਲ ਕਰ ਰਹੇ ਆ। ਕੈਨੇਡਾ ਦੇ ਵਿੱਚ ਹੀ ਇਹ ਹਾਲ ਆ ਕਿ ਲੋਕ ਖਾਣ ਪੀਣ ਦੀਆਂ ਆਦਤਾਂ ਬਦਲਣ ਲੱਗ ਪਏ ਆ, ਚੀਜ਼ਾਂ ਮਹਿੰਗੀਆਂ ਹੋਣ ਕਰਕੇ। ਕਿਉਂਕਿ ਅਸੀਂ ਸਾਰੇ ਪੰਜਾਬੀ ਭਾਈਚਾਰੇ ਦੇ ਵਿੱਚੋਂ ਆ, ਸਾਡੇ ਕਿਸੇ ਨਾਲ ਇਹ ਹਾਲ ਨਹੀਂ ਹੁੰਦਾ, ਬਹੁਤਿਆਂ ਨਾਲ ਇਹ ਹਾਲ ਨਹੀਂ ਹੁੰਦਾ। ਸਾਨੂੰ ਲੱਗਦਾ ਕਿ ਗੱਲ ਸ਼ਾਇਦ ਨਹੀਂ, ਪਰ ਜਦੋਂ ਤੁਸੀਂ ਮੇਨ ਸਟਰੀਮ ਦੇ ਵਿੱਚ ਜਾ ਕੇ ਬਾਕੀ ਲੋਕਾਂ ਨੂੰ ਦੇਖਦੇ ਆ ਤੇ ਜਿਹੜੀਆਂ ਇਹ ਇਹਨਾਂ ਦੇ ਸਰਵੇਜ਼ ਪੜ੍ਹਦੇ ਆ ਤੇ ਉਹ ਦੇਖਦੇ ਆ, ਉਹਦੇ ਵਿੱਚ ਫਿਰ ਪਤਾ ਲੱਗਦਾ ਕਿ ਕੈਨੇਡਾ ਦੇ ਵਿੱਚ ਲੋਕਾਂ ਦੀ ਹਾਲਤ ਇਸ ਵੇਲੇ ਕਾਫੀ ਮਾੜੀ ਹੋ ਰਹੀ ਹੈ। ਕੱਲ੍ਹ ਆਪਾਂ ਇਮੀਗ੍ਰੇਸ਼ਨ ਬਾਰੇ ਗੱਲਬਾਤ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਬਹੁ ਗਿਣਤੀ ਲੋਕ ਇੱਥੇ ਇਮੀਗ੍ਰੇਸ਼ਨ ਦੇ ਹੱਕ ਵਿੱਚ ਨੇ। ਕੈਨੇਡਾ ਦੇ ਵਿੱਚ ਇਸ ਵੇਲੇ ਵੀ ਬਹੁ ਗਿਣਤੀ ਲੋਕ ਇਮੀਗ੍ਰੇਸ਼ਨ ਦੇ ਰਾਹੀਂ ਇੱਥੇ ਆਏ, ਉਹਨਾਂ ਦਾ ਨੰਬਰ ਜਿਹੜਾ ਆ ਵੱਧਦਾ ਜਾ ਰਿਹਾ। ਅੱਜ ਕੈਨੇਡਾ ਸਰਕਾਰ ਨੇ ਇੱਕ ਖਾਸ ਅਨਾਊਂਸਮੈਂਟ ਕੀਤੀ ਆ। ਉਸ ਅਨਾਊਂਸਮੈਂਟ ਦੇ ਤਹਿਤ ਇੱਕ ਸਾਲ ਦੇ ਵਿੱਚ 2025 ਤੱਕ 5 ਲੱਖ ਬੰਦਾ ਇੱਕ ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਪੱਕਾ ਕੀਤਾ ਜਾਊਗਾ।
टारगेट उन्होंने अपने फिक्स किए आ, दस दिते और पिछे दी गिणती घट सी, उस गिणती नूं वधा दिता गया। इमीग्रेशन मिनिस्टर शॉन फ्रेजर ने इहदे बारे अज मंगलवार सवेरे जानकारी दिती आ। 4,65,000 बंदा 2023 दे विच पक्का करना। कैनेडा ने अगले साल 4,65,000 लोगों को परमानेंट रेजिडेंसी देनी आ, जिहड़ी 4% वध आ पिछले टारगेट नालों। जिहड़ा टारगेट पहलां सी, इस साल इन्होंने 4,10,000 लोगों को पक्के किया 2022 दे विच, ते 2024 दे विच 4,85,000 लोगों को पक्के करना, जिहड़ा कि 7.5% वाधा होऊगा। तो इस तरह 2025 दे विच 5 लाख लोगों को PR देनी है, कैनेडा दे विच परमानेंट रेजिडेंसी देनी है। तो ये इमीग्रेशन लैवल जिहड़ा आ हर साल वधा दिता जांदा ताकि इत्थे वर्क फोर्स की जिहड़ी घाट आ उहनूं पूरा किया जा सके। सरकार ने प्लैनिंग की है मैसिव इनक्रीज़ करन दे विच जिहड़े नंबर ऑफ इमीग्रेंट्स कैनेडा दे विच आउंदे आ, ते गोल इन्हां दा यह है कि 25 तक 5 लाख बंदा हो सकदा, उहदे तो भी वध होवे। पर जिहड़ा एक 3 साल का आम तौर के उत्ते कैनेडा प्लैन बनाउंदा हुंदा, जिहदे तो पता लगदा कि इन्हां ने अगले साल किन्ने लोकां नूं सद्दना आ, ते ओह प्लैन की आ। ओह पहिलां भी जिहड़ी सरकार ने 3 साल की प्लैन दी सी, उहदे च भी दस्सिया सी कि मिलियन लोगों को इन्होंने पक्के करना सीगा, ते जिहड़ा आखिरी 4,10,000 सीगा। सो हुण इन्हां ने फिर अज जिहड़ी जानकारी दी है, उहदे तहत अपना इन्हां ने बाहरों इत्थे कैनेडा दे विच लोकां नूं सद्द के पक्के करन वालियां दी गिणती वधा दित्ती है। कुदरती तौर पर जिहड़े इंडिया तो पंजाब तो इत्थे आउणे चाहुंदे आ, उन्हां दे लई चंगी खबर आ, खुशखबरी आ कि ये गिणती वधी आ। ते जिहड़ा हुण उहदे विच किहड़ी कैटागरी किन्नी सद्दी जांदी है, ये बाद की गल आ, उहदियां डिटेल्स बाद दे विच दस्सियां जाणगीਆਂ। इस वेले हालत कैनेडा की यह है कि जिहड़ियां कैनेडा दी इंडस्ट्रीज़ ने, इन्हां दे विच बहुत वड्डी लेबर की शॉर्टेज है। लेबर की शॉर्टेज मतलब ये नहीं कि जिहड़ी मिनिमम वेजेस से काम करने वाली है, चाहे इंजीनियर, डॉक्टर जां प्रोफैसर जां, उन्हां सारे थावां दे उत्ते कमी आ। 1 मिलियन जॉब वैकेंसीज इस वेले देश दे विच पईआं, 10 लाख नौकरी पई आ, बंदा है नहीं काम करने वाला। वो बंदे कित्थों आउणे आ? वो बंदे बाहरों सद्दे जाने आ। वो बाहरों उन्हां दी गिणती जिहड़ी आ सरकार प्रोजैक्ट करदी आ 3 साल बाद, ते हुण जिहड़ी 3 साल दी आई आ वो बड़ी क्लीयर आ कि 4,65,000 बंदे नूं पक्का करना इन्हां ने अगले साल। उहदे च कोटे ने वक्-वक् किहड़े कित्थों आउणे, किद्दां करना आ। कुदरती एक वड्डी गिणती उहदे विच इंडिया तो पंजाब तो लोकां दी हुंदी, जिहड़ी इत्थे पक्की हुंदी आ। 4% वाधा पिछले टारगेट नालों, 4,85,000 2024 दे विच, जिहड़ा कि 7.5% वाधा, ते 5 लाख बंदा फिर 2025 दे विच कैनेडा दे विच पक्का किया जाना, उन्होंने परमानेंट रेजिडेंसी देनी आ। तुसीं ये देखो कि जे 4,25,000 जां बंदा जिहड़ा इत्थे 4,65,000 सॉरी अगले साल दे विच पक्का किया जाना, तो अज दी डेट दे विच इत्थे 2022 दे विच जदों असीं गल कर रहे हैं 1 मिलियन जॉब वैकेंसी पूरे देश दे विच पई है, जिथे बंदा नहीं लभ रहा। की रेस्टोरेंट दे विच चले जाओ, की घरां दी कंस्ट्रक्शन दे विच चले जाओ, नर्सिस, डॉक्टर, टीचर, हर पासे बंदे नहीं लभ रहे। पायलट, आह फेरीज जिहड़ियां किन्नी वारी कैंसल करनियां पैंदियां, कहंदे स्टाफ ही है नहीं इहदे विच, जिहड़ा एयरलाइनस दे विच हर पासे वर्करां दी घाट आ कैनेडा दे विच, ते घाट पूरा करन दा इक्को एक वड्डा तरीका है कि वध तो वध लोकां नूं इत्थे सद्द लिया जाए। सो हुण ये जिहड़े इमीग्रेंट्स जिस तरीके नाल इत्थे आउणगे, उन्हां दीयां वर्क स्किल्स की आ, उन्हां दा एक्सपीरियंस की आ, वो सारा आधार बनूगा उन्हां दा अगले 3 सालां दे लई। ते जिहड़े फैमिली मैंबरस ने उन्हां दा भी हौली हौली नंबर वधाउणगे, जिहड़े नंबर ऑफ रिफ्यूजीज़ ने उन्हां नूं भी घटाउणगे ये। सो ये जिहड़ी स्टैटिस्टिक्स कैनेडा की रिपोर्ट आई सी थोड़े दिन पहलां, वो रिपोर्ट आपां साਂਝੀ भी की सी कि 23% लोग इस वेले कनेडा दे विच लैंडड इमीग्रेंट्स ने जां परमानेंट रेजिडेंट्स ने। सो 23%, 100 दे विचों 23 बंदे इस वेले कनेडा चों बाहरों आए आ। बाहरों आए मतलब सीधे बाहरों आए आ, उन्हां दी जां तो लैंडड इमीग्रेंट्स आ, जां वो इत्थे आके PR होया। तो आने वाले समय दे विच इन्हां दी गिणती होर वधनी आ। कैनेडा की आबादी डिकलाइन कर रही है, इहदी आबादी नूं बचाउण दे लई जिहड़े कैनेडा ने टारगेट अपने रखे आ कि असीं इहनूं 2100 तक 100 मिलियन बंदा इत्थे करना, 38 मिलियन इस वेले आ, जां जिहड़ा 2041 तक 50 मिलियन तक पॉपूलेशन जाऊगी। इन्हां दा टारगेट ये आ, उस टारगेट नूं लैके हर साल कोटा वधा दिता जांदा। पहला 3 लाख बंदा 1 साल का सद्दिया जाता सी 6-7 साल पहला, फिर वो तो बाद इन्होंने वधाउंदे वधाउंदे 4 लाख के उत्ते आ गए सी, ते हुण टारगेट इन्होंने 2025 तक 5 लाख के उत्ते लै गए। जे ये इस तरीके दे नाल लोकां नूं बाहरों सद्द के इत्थे पक्के करनगे कैनेडा दे विच, तां इहदी पॉपूलेशन 2041 तक 50 मिलियन के नेड़े होगी, नहीं तो पॉपूलेशन घट रही है। वो इस करके सदना लोगों को काम करना इत्थे जरूरी आ, क्योंकि बहुती पॉपूलेशन जां तो बच्चे आ इत्थे जिहड़े 18 साल तो थल्ले आ, जां बजुर्ग ने जिहड़े रिटायर हो चुके आ, विचकारले लोग इत्थे है नहीं। इन्हां नूं वो विचकारले लोग जिहड़े वो चाहिए तां कि वो काम करके जिहड़े उन्हां नूं पेंशन देनी है, जां बच्चों की पढ़ाई के उत्ते, जां उन्हां दी एजुकेशन के उत्ते, जां होर कामां दे उत्ते खर्च होना, वो कर सकण।
ਜਦੋਂ ਅਡਲਟ ਹੋ ਕੇ ਬੰਦਾ ਕੰਮ ਕਰਨਾ ਨਹੀਂ ਸ਼ੁਰੂ ਕਰ ਦਿੱਤਾ, ਉਦੋਂ ਤੱਕ ਵੀ ਸਰਕਾਰ ਉਹਦੇ 'ਤੇ ਇਨਵੈਸਟ ਕਰਦੀ, ਉਹਦੇ 'ਤੇ ਪੈਸਾ ਲਾਉਂਦੀ, ਉਹਨੂੰ ਸਾਰਾ ਕੁਝ ਦਿੰਦੀ ਆ। ਜਦੋਂ ਬੰਦਾ ਰਿਟਾਇਰ ਹੋ ਜਾਂਦਾ ਉਦੋਂ ਵੀ ਸਰਕਾਰ ਉਹਦੇ 'ਤੇ ਇਨਵੈਸਟ ਕਰਦੀ ਹੈ। ਹੁਣ ਉਹ ਪੈਸਾ ਆਉਣਾ ਕਿੱਥੋਂ ਆ, ਉਹ ਟੈਕਸ ਕਿੱਥੋਂ ਆਉਣਾ, ਟੈਕਸ ਕੰਮ ਕਰਨ ਵਾਲਿਆਂ ਤੋਂ ਆਉਣਾ, ਅਤੇ ਕੰਮ ਕਰਨ ਵਾਲਿਆਂ ਦੀ ਇੱਥੇ ਗਿਣਤੀ ਘੱਟ ਆ, ਪਾਪੂਲੇਸ਼ਨ ਹੀ ਹੈ ਨਹੀਂ। ਉਹ ਪਾਪੂਲੇਸ਼ਨ ਪੂਰਾ ਕਰਨ ਦੇ ਲਈ ਕਈ ਵਾਰੀ ਲੋਕ ਜਿਹੜੇ ਆਪਣੇ ਅੰਦਾਜ਼ੇ ਲਾਉਂਦੇ ਆ ਕਿ ਜਿਹੜੇ ਉੱਥੇ ਬਹੁਤ ਕੈਨੇਡਾ ਦੇ ਵਿੱਚ, ਕਿਉਂਕਿ ਆਪਾਂ ਪੰਜਾਬ ਤੋਂ ਆਏ ਹਾਂ ਅਤੇ ਗਿਣਤੀ ਆਪਣੀ ਵੀ ਇੱਥੇ ਕਾਫੀ ਜ਼ਿਆਦਾ ਹੈ, ਵੀ ਬਹੁਤ ਜ਼ਿਆਦਾ ਪੰਜਾਬੀ ਹੋ ਗਏ ਜਾਂ ਗਿਣਤੀ ਜ਼ਿਆਦਾ ਹੋ ਗਈ, ਆਉਣ ਵਾਲੇ ਸਮੇਂ 'ਚ ਬੰਦ ਹੋ ਜਾਣੇ ਆ। ਸਟੂਡੈਂਟਾਂ ਨੂੰ ਹੋਰ ਤਰ੍ਹਾਂ ਕਰ ਲੈਣਾ, ਕੋਈ ਹੋਰ ਕੈਟਾਗਰੀ ਕੱਢ ਸਕਦੇ ਆ, ਇਹਦਾ ਕੋਟੇ ਵਧਾ ਸਕਦੇ ਆ। ਲੋੜ ਇਹਨਾਂ ਨੂੰ ਹੈਗੀ ਆ, ਇੱਥੇ ਬੰਦੇ ਆਉਣੇ ਆ ਅਤੇ ਹਰ ਸਾਲ ਉਹਨਾਂ ਦੀ ਗਿਣਤੀ ਆਉਂਦੇ ਸਮੇਂ ਦੇ ਵਿੱਚ ਵੱਧਦੀ ਜਾਣੀ ਹੈ। ਇਸੇ ਕਰਕੇ ਇੱਥੇ ਸਾਡੀ ਕੈਨੇਡਾ ਦੀ ਇਕੋਨਮੀ ਜਿਹੜੀ ਆ ਉਹ ਗਰੋ ਕਰੂਗੀ ਅਤੇ ਲੋਕ ਚੰਗੀ ਤਰ੍ਹਾਂ ਆਪਣਾ ਜੀਵਨ ਬਸਰ ਕਰ ਸਕਣਗੇ। ਕੈਨੇਡਾ ਇਮੀਗ੍ਰੇਸ਼ਨ ਜਿਹੜਾ ਡਿਪਾਰਟਮੈਂਟ ਆ, ਉਹਨਾਂ ਨੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਦੇ PR ਦੇ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ। ਆਪਾਂ ਉਦਣ ਵੀ ਅਨਾਊਂਸਮੈਂਟ ਕੀਤੀ ਸੀ, ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਨੂੰ ਇੱਥੇ ਸੱਦਣ ਦੇ ਲਈ ਇਹਨਾਂ ਨੇ ਐਪਲੀਕੇਸ਼ਨਸ ਦੁਬਾਰਾ ਨਹੀਂ ਸੀ ਮੰਗੀਆਂ। 2020 ਦੇ ਵਿੱਚ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੀ ਐਪਲੀਕੇਸ਼ਨ ਭਰ ਦਿਓ, ਮਤਲਬ ਇੰਟਰਸਟ ਸ਼ੋਅ ਕਰੋ ਵੀ ਤੁਸੀਂ ਆਪਣੇ ਘਰਦਿਆਂ ਨੂੰ, ਮਾਂ-ਬਾਪ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਇਸੇ ਸੱਦਣਾ ਚਾਹੁੰਦੇ ਆ। ਜੇ ਤੁਸੀਂ ਉਹਨਾਂ ਨੂੰ ਸੱਦਣਾ ਚਾਹੁੰਦੇ ਹੋ, ਐਪਲੀਕੇਸ਼ਨ ਭਰ ਦਿਓ। ਐਪਲੀਕੇਸ਼ਨ ਭਰਨ ਤੋਂ ਬਾਅਦ 2020 ਅਕਤੂਬਰ ਦੀ ਗੱਲ ਆ ਇਹ, ਕਿ ਉਸ ਵੇਲੇ ਐਪਲੀਕੇਸ਼ਨ ਭਰਨ ਤੋਂ ਬਾਅਦ ਤੁਹਾਨੂੰ ਇੱਕ ਰੈਫਰੈਂਸ ਨੰਬਰ ਦਿੱਤਾ ਜਾਂਦਾ ਸੀ, ਉਹ ਰੈਫਰੈਂਸ ਨੰਬਰ ਤੁਹਾਨੂੰ ਮਿਲ ਜਾਂਦਾ ਸੀ ਅਤੇ ਉਹਦੇ ਤੋਂ ਬਾਅਦ ਫਿਰ ਤੁਹਾਨੂੰ ਈਮੇਲ ਆਉਂਦੀ ਸੀ ਵੀ ਤੁਸੀਂ ਐਲੀਜੀਬਲ ਹੋ ਗਏ ਹੋ, ਤੁਹਾਨੂੰ ਸੱਦਾ ਪੱਤਰ ਭੇਜਿਆ ਜਾਂਦਾ, ਤੁਸੀਂ ਆਪਣੇ ਕਾਗਜ਼ ਪੱਤਰ ਤਿਆਰ ਕਰਕੇ ਸਾਨੂੰ ਭੇਜ ਦਿਓ, ਅਸੀਂ ਚੈੱਕ ਕਰਾਂਗੇ। ਜੇ ਤੁਸੀਂ ਐਲੀਜੀਬਲ ਆ ਤਾਂ ਤੁਹਾਨੂੰ ਅਸੀਂ ਜਿਹੜਾ ਤੁਹਾਡੇ ਮਾਂ-ਬਾਪ ਨੂੰ ਇੱਥੋਂ ਦਾ ਵੀਜ਼ਾ ਪੱਕਾ ਜਿਹੜਾ ਆ PR ਆ ਉਹ ਦੇ ਦਿਆਂਗੇ। ਉਹਦੇ ਵਿੱਚ ਵੱਡਾ ਕਾਰਨ ਇੱਕ ਇਨਕਮ ਹੀ ਹੁੰਦਾ ਸੀ। ਲੋਕਾਂ ਦੀ ਇਨਕਮ ਨਹੀਂ ਸੀ ਬਣਦੀ ਹੁੰਦੀ, ਜਾਂ ਇਨਕਮ ਓਨੀ ਹੁੰਦੀ ਨਹੀਂ ਸੀ। ਇਹਨਾਂ ਦੀ ਇੱਕ ਮਿਨੀਮਮ ਇਨਕਮ ਦੀ ਰਿਕੁਆਇਰਮੈਂਟ ਹੁੰਦੀ ਆ ਕਿ ਜੇ ਤੁਸੀਂ 2 ਜਣੇ ਰਹਿੰਦੇ ਹੋ ਅਤੇ 2 ਜਣੇ ਤੁਹਾਡੇ ਮਾਂ-ਬਾਪ ਆਉਣੇ ਹੋ, 4 ਦਾ ਪਰਿਵਾਰ ਹੋ ਗਿਆ, 4 ਦਾ ਪਰਿਵਾਰ ਹੋ ਗਿਆ ਤਾਂ ਤੁਹਾਨੂੰ 44,000 ਜਾਂ ਇੰਨੀ ਕੁ ਇਨਕਮ, ਉਹਨਾਂ ਦਾ ਇੱਕ ਨੰਬਰ ਆ ਉਹਨਾਂ ਦੀ ਵੈਬਸਾਈਟ ਦੇ ਉੱਤੇ, ਉਹਦੀ ਡਿਟੇਲ ਦੇ ਵਿੱਚ ਇੰਨੀ ਇਨਕਮ ਤੁਹਾਡੀ ਹੋਣੀ ਚਾਹੀਦੀ ਆ ਅਤੇ ਫਿਰ ਤੁਸੀਂ ਉਹਨਾਂ ਨੂੰ ਅਪਲਾਈ ਕਰ ਸਕਦੇ ਆ। ਜੇ ਤੁਹਾਡੇ 2 ਬੱਚੇ ਨੇ ਫਿਰ ਤੁਸੀਂ 6 ਮੈਂਬਰ ਹੋ ਗਏ, ਫਿਰ ਤੁਹਾਨੂੰ ਜ਼ਿਆਦਾ ਇਨਕਮ ਚਾਹੀਦੀ ਆ। ਜੇ ਤੁਹਾਡੇ ਪੇਰੈਂਟਸ ਦੇ ਨਾਲ ਗ੍ਰੈਂਡ ਪੇਰੈਂਟਸ ਵੀ ਨੇ, ਫਿਰ ਤੁਸੀਂ ਜ਼ਿਆਦਾ ਫੈਮਿਲੀ ਮੈਂਬਰ ਹੋ ਗਏ, ਫਿਰ ਤੁਹਾਨੂੰ ਉਹ ਤੋਂ ਜ਼ਿਆਦਾ ਇਨਕਮ ਚਾਹੀਦੀ ਆ। ਉਹਦੇ ਹਿਸਾਬ ਨਾਲ ਫਿਰ ਫੈਸਲਾ ਕਰ ਦਿੱਤਾ ਜਾਂਦਾ ਸੀ ਕਿ ਤੁਹਾਡੇ ਪੇਰੈਂਟਸ ਨੂੰ ਇੱਥੇ ਦਾ PR ਦੇਣੀ ਆ ਜਾਂ ਨਹੀਂ ਦੇਣੀ। ਉਹ ਤੋਂ ਬਾਅਦ ਇਹਨਾਂ ਨੇ ਫਿਰ ਕੁਛ ਲੋਕਾਂ ਨੂੰ ਸੱਦਿਆ ਸੀ, ਪਹਿਲਾਂ 10,000 ਸੱਦਿਆ, ਫਿਰ ਕੱਢਿਆ। ਹੁਣ ਫਿਰ ਇਹਨਾਂ ਨੇ ਕੀਤਾ ਸੀ ਕਿ ਜਿਹੜੇ ਲੋਕਾਂ ਨੇ 2020 ਦੇ ਵਿੱਚ ਅਪਲਾਈ ਕੀਤਾ ਸੀ, ਉਹਨਾਂ ਦਾ ਹੀ ਦੁਬਾਰਾ ਫਿਰ ਹੁਣ ਜਿਹੜੀ ਲਾਟਰੀ ਕੱਢੀ 15,000 ਦੀ, 23,000 ਨੂੰ ਉਹਨਾਂ ਨੇ ਇਨਵੀਟੇਸ਼ਨ ਭੇਜੇ ਆ, ਜਿਨ੍ਹਾਂ ਦੇ ਵਿੱਚੋਂ 15,000 ਨੂੰ PR ਦਿੱਤੀ ਜਾਣੀ ਆ। ਨਵੀਆਂ ਅਰਜ਼ੀਆਂ ਐਤਕੀ ਕੋਈ ਨਹੀਂ ਸੀ ਲਈਆਂ ਗਈਆਂ। ਹੁਣ ਉਹਦੇ 'ਚ ਸੂਚਨਾ ਅੱਜ ਦੀ ਇਹ ਆ ਵੀ ਜਿਨ੍ਹਾਂ ਨੂੰ ਉਹਨਾਂ ਨੇ ਸੱਦਣਾ ਸੀ ਉਹ ਸੱਦ ਲਿਆ, ਜਿਨ੍ਹਾਂ ਦਾ ਨੰਬਰ ਨਹੀਂ ਆਇਆ ਉਹਨਾਂ ਦਾ ਨੰਬਰ ਨਹੀਂ ਆਇਆ, ਅਤੇ ਉਹ ਜੇ ਉਹਨਾਂ ਨੂੰ ਈਮੇਲ ਨਹੀਂ ਆਈ ਤਾਂ ਉਹਨਾਂ ਦਾ ਨੰਬਰ ਨਹੀਂ ਆਇਆ। 2020 ਦੇ ਵਿੱਚ ਜਿਨ੍ਹਾਂ ਨੇ ਅਰਜ਼ੀਆਂ ਦਿੱਤੀਆਂ ਸੀ, ਉਸ ਵੇਲੇ ਇਹਦੇ ਵਿੱਚ ਦੱਸਦੇ ਆ ਕਿ ਕਾਫੀ ਅਰਜ਼ੀਆਂ ਸੀਗੀਆਂ ਜਿਹਦੇ ਵਿੱਚੋਂ ਇਹ ਸਾਰੀ ਗਿਣਤੀ ਜਿਹੜੀ ਆ ਉਹਨਾਂ ਨੂੰ ਇੱਕ ਕਰਕੇ ਉਹਨਾਂ ਨੇ ਕੱਢੀ ਸੀ, ਅਤੇ ਉਹਦੇ ਵਿੱਚੋਂ ਫਿਰ ਹੁਣ ਦੁਬਾਰਾ ਅਪਲਾਈ, ਕਿਉਂਕਿ ਇਹਦੇ ਵਿੱਚ ਕਈ ਸਿਸਟਮ ਚੱਲੇ ਸੀ। ਇਹਨਾਂ ਨੇ ਕਈ ਜਿਹੜੇ ਗੱਲਾਂ ਬਾਤਾਂ ਇਹਨਾਂ ਨੇ ਕੀਤੀਆਂ ਸੀ ਕਿ ਉਹਨਾਂ ਮਾਪਿਆਂ ਨੂੰ ਕਿੱਦਾਂ ਸੱਦਿਆ ਜਾਵੇ। ਪਹਿਲਾਂ ਇਹ ਹਰ ਸਾਲ ਅਪਲਾਈ ਕਰਾਉਂਦੇ ਸੀ ਕਿ ਤੁਸੀਂ ਮੰਨ ਲਓ 1 ਲੱਖ ਬੰਦਾ ਲਾਈਨ ਦੇ ਵਿੱਚ ਬੈਠਾ, ਸੱਦਣਾ ਇਹਨਾਂ ਨੇ 5,000 ਆ ਜਾਂ 10,000 ਆ। ਇਹ ਕਹਿੰਦੇ ਸੀ ਤੁਸੀਂ ਅਰਜ਼ੀਆਂ ਭੇਜ ਦਿਓ, ਜਿਹਦੀ ਅਰਜ਼ੀ ਪਹਿਲਾਂ ਆਟਵਾ ਪਹੁੰਚ ਗਈ ਉਹਦੀ ਅਰਜ਼ੀ ਚੱਕ ਕੇ ਅਸੀਂ ਉਹਨੂੰ ਸੱਦ ਲਾਂਗੇ। ਹੁਣ ਉਹਦੇ ਵਿੱਚ ਜਿਹੜੇ ਨੇੜੇ ਰਹਿੰਦੇ ਸੀ ਉੱਥੇ ਜਿੱਥੇ ਸੀਗਾ, ਉਹਨਾਂ ਦੀਆਂ ਅਰਜ਼ੀਆਂ ਪਹਿਲਾਂ ਪਹੁੰਚ ਜਾਂਦੀਆਂ ਸੀ ਡਾਕ ਰਾਹੀਂ, ਜਾਂ ਉਹ ਪਹਿਲਾਂ ਆ ਜਾਂਦੇ ਸੀ। ਫਿਰ ਇਹਨਾਂ ਨੇ ਉਹਦੇ ਤੋਂ ਬਾਅਦ 18 ਕੁ ਦੇ ਨੇੜੇ ਜਾ ਕੇ ਫਿਰ ਇੱਕ ਨਵਾਂ ਸਿਸਟਮ ਸ਼ੁਰੂ ਕੀਤਾ ਕਿ ਇੰਨੀ ਤਰੀਕ ਨੂੰ ਇੰਨੇ ਵਜੇ ਤੁਸੀਂ ਜਿਹੜਾ 2019 ਦੇ ਵਿੱਚ ਵੀ ਇੰਨੀ ਤਰੀਕ ਨੂੰ ਇੰਨੇ ਵਜੇ ਜਿਹੜੇ ਲੋਕ ਅਪਲਾਈ ਕਰਨਗੇ, ਜਿਹੜੇ ਪਹਿਲਾਂ 10,000 ਬੰਦਾ ਅਪਲਾਈ ਕਰ ਗਿਆ ਵੈਬਸਾਈਟ ਦੇ ਉੱਤੇ, ਉਹ ਅਸੀਂ ਚੱਕ ਲੈਣਾ। ਅਤੇ ਲੋਕ ਪਹਿਲਾਂ ਹੀ 5-5 ਕੰਪਿਊਟਰ ਅਤੇ ਲੈਪਟਾਪ ਲਾਈਨ ਚਲਾ ਕੇ ਬੈਠ ਗਏ ਸੀ ਵੀ ਅੱਜ ਰਾਤ ਨੂੰ ਅਪਲਾਈ ਕਰਨਾ, ਅਤੇ ਉਹ ਕੁਛ ਕੁ ਮਿੰਟਾਂ ਦੀ ਖੇਡ ਹੀ ਸੀਗੀ। ਉਹਨਾਂ ਮਿੰਟਾਂ ਤੋਂ ਬਾਅਦ ਉਹ 10,000 ਦਾ ਜਾਂ ਜਿੰਨਾ ਵੀ ਉਹਨਾਂ ਦੀ ਸੀਗੀ ਉਹ ਪੂਰੀ ਹੋ ਗਈ, ਬਾਕੀ ਫੇਰ ਰਹਿ ਗਏ। ਹੁਣ ਹੁੰਦਾ ਕੀ ਸੀ ਕਿ ਇੱਕ ਬੰਦੇ ਨੇ ਐਤਕੀ ਅਪਲਾਈ ਕੀਤਾ, ਉਹਦਾ ਲਾਟਰੀ 'ਚ ਨੰਬਰ ਨਹੀਂ ਆਇਆ, ਉਹਨੇ ਅਗਲੇ ਸਾਲ ਅਪਲਾਈ ਕੀਤਾ, ਉਹਦਾ ਲਾਟਰੀ 'ਚ ਫੇਰ ਨੰਬਰ ਨਹੀਂ, ਔਰ ਕਈ ਸਾਲ ਹੋ ਗਏ ਲੋਕਾਂ ਨੂੰ ਲੰਮਕਦਿਆਂ ਨੂੰ। ਜਿਹੜੀ ਉਹ ਗਿਣਤੀ ਜਿਹੜੀ ਵੱਧਦੀ ਜਾਂਦੀ ਸੀ, ਅਤੇ ਇਹ 1.5 ਲੱਖ ਅਰਜ਼ੀਆਂ ਇਹਨਾਂ ਦੇ ਕੋਲ ਪੂਲ ਦੇ ਵਿੱਚ ਦੱਸਦੇ ਆ ਕਿ 2020 ਦੇ ਵਿੱਚ ਜਦੋਂ ਅਪਲਾਈ ਕੀਤਾ ਸੀ ਉਸ ਵੇਲੇ ਸੀਗੀਆਂ 1,55,313 ਅਰਜ਼ੀਆਂ ਸੀ, ਜਿਹਦੇ ਵਿੱਚੋਂ 10,000 ਇੱਕ ਵਾਰੀ, 15,000 ਇੱਕ ਵਾਰੀ, 10,000 ਇੱਕ ਵਾਰੀ, ਹੁਣ ਫਿਰ 15,000 ਇੱਕ ਵਾਰੀ ਕੱਢਿਆ ਗਿਆ, ਅਤੇ ਬਾਕੀ ਜਿਹੜੇ ਉਹ ਸਾਰੇ ਰਹਿ ਗਏ। ਹੁਣ ਇੱਥੇ ਕਰਨ ਵਾਲੀ ਗੱਲ ਇਹ ਆ ਵੀ ਜੇ ਤੁਹਾਨੂੰ ਲੱਗਦਾ ਵੀ ਜਿਹੜੀ, ਕਿਉਂਕਿ ਉੱਥੇ ਅਪਲਾਈ ਕਰਨ ਦਾ ਇੱਕੋ ਹੀ ਤਰੀਕਾ ਸੀ ਕਿ ਤੁਸੀਂ ਇੱਕ ਈਮੇਲ ਦੇ ਵਿੱਚ ਅਪਲਾਈ ਕਰਦੇ ਸੀ, ਉਹ ਈਮੇਲ ਦੇ ਉੱਤੇ ਤੁਹਾਨੂੰ ਕਨਫਰਮੇਸ਼ਨ ਨੰਬਰ ਭੇਜਦਾ ਜਿਹੜਾ ਇਹ ਇਮੀਗ੍ਰੇਸ਼ਨ ਡਿਪਾਰਟਮੈਂਟ ਆ। ਹੁਣ ਬਹੁਤੇ ਲੋਕਾਂ ਕੋਲ ਈਮੇਲ ਹੀ ਹੈ ਨਹੀਂ, ਉਹਨਾਂ ਨੇ ਉਹ ਯੂਜ਼ ਹੀ ਨਹੀਂ ਕੀਤੀ ਜਾਂ ਛੱਡ ਦਿੱਤੀ। ਬਹੁਤੇ ਲੋਕਾਂ ਨੂੰ ਚੇਤਾ ਹੀ ਨਹੀਂ ਉਹ ਈਮੇਲ ਦਾ ਪਾਸਵਰਡ ਨਹੀਂ। ਫਿਰ ਵੀ ਤੁਹਾਨੂੰ ਜੇਕਰ ਲੱਗਦਾ ਆ ਕਿ ਅਸੀਂ 2020 ਦੇ ਵਿੱਚ ਅਪਲਾਈ ਕੀਤਾ ਸੀ, ਪਰ ਉਹ ਤੋਂ ਬਾਅਦ ਸਾਡਾ
ਨੰਬਰ ਨਹੀਂ ਆਇਆ ਤੇ ਇਨਵੀਟੇਸ਼ਨ ਇਸ ਵੇਲੇ 23,000 ਬੰਦੇ ਨੂੰ ਭੇਜ ਦਿੱਤਾ, ਜਿਹਦੇ ਚੋਂ 15,000 ਲੋਕਾਂ ਨੂੰ ਉਹਨਾਂ ਨੇ PR ਦੇਣੀ ਆ ਤੇ ਇਸੇ ਕਰਕੇ ਉਹਨਾਂ ਨੇ ਜ਼ਿਆਦਾ ਲੋਕਾਂ ਨੂੰ ਇਨਵੀਟੇਸ਼ਨ ਭੇਜੇ ਆ, ਕਿਉਂਕਿ ਉਹਦੇ ਵਿੱਚੋਂ 15,000 ਪੂਰਾ ਕਰਨਾ ਚਾਹੁੰਦੇ। ਹੁਣ ਜੇ ਭੇਜਿਆ ਹੀ 15,000 ਨੂੰ ਆ ਅਪਲਾਈ, ਉਹ ਜਦੋਂ ਅਪਲਾਈ ਕਰਨ ਵੇਲੇ ਇਨਕਮ ਦਾ ਉਹਨਾਂ ਨੇ ਉਹ ਪੈਰਾਮੀਟਰ ਨਹੀਂ ਸੀ ਦੇਖੇ, ਜਾਂ ਉਹ ਸਿੱਧਾ ਅਪਲਾਈ ਕਰਵਾ ਦਿੱਤਾ ਸੀ ਵੀ ਤੁਸੀਂ ਜੋ ਭਰ ਦਿੰਦੇ ਉਹਨੂੰ ਸੱਚ ਮੰਨ ਲਿਆ ਸੀ, ਤੇ ਜੇ ਤੁਹਾਡੇ ਕੋਲ ਉਹਦਾ ਸਬੂਤ ਹੀ ਹੈ ਨਹੀਂ ਫਿਰ ਕੁਦਰਤੀ ਤੌਰ ਤੇ ਅਗਲੇ ਨੂੰ ਸੱਦਿਆ ਜਾਊਗਾ। ਇਸ ਕਰਕੇ 23,000 ਦੇ ਕਰੀਬ ਲੋਕਾਂ ਨੂੰ ਉਹਨਾਂ ਨੇ ਇਨਵਾਈਟ ਕੀਤਾ ਆ, ਜਿਹਦੇ ਵਿੱਚੋਂ ਜਿਹੜੇ ਐਲੀਜੀਬਲ 15,000 ਨੇ ਉਹਨਾਂ ਨੇ ਪੱਕਾ ਕਰ ਦੇਣਾ। ਬਹੁਤੀਆਂ ਜਿਹੜੀਆਂ ਐਪਲੀਕੇਸ਼ਨ ਰੱਦ ਹੁੰਦੀਆਂ ਉਹ ਇਨਕਮ ਕਰਕੇ ਹੀ ਹੁੰਦੀਆਂ। ਹੁਣ ਸਪਾਂਸਰ ਕਰਨ ਵਾਲੇ ਪਿਛਲੇ 3 ਸਾਲਾਂ ਦੀ ਇਹ ਆਮਦਨ ਦਿਖਾਉਣੀ ਹੁੰਦੀ ਉਹਨਾਂ ਨੂੰ, ਤੇ ਕੁਛ ਪਹਿਲਾਂ ਤੁਹਾਨੂੰ ਕੋਈ ਡਾਕੂਮੈਂਟ ਨਹੀਂ ਦੇਣਾ ਪੈਂਦਾ ਉੱਥੇ। ਜਦੋਂ ਤੁਹਾਡਾ ਲਾਟਰੀ ਦੇ ਵਿੱਚ ਨੰਬਰ ਆ ਗਿਆ ਉਹਦੇ ਤੋਂ ਬਾਅਦ ਤੁਸੀਂ ਸਾਰੇ ਡਾਕੂਮੈਂਟ ਦੇਣੇ ਆ ਤੇ ਫਿਰ ਤੁਹਾਨੂੰ ਦੱਸਿਆ ਜਾ ਸਕਦਾ। ਹੁਣ 24 ਦਸੰਬਰ ਤੱਕ ਤਰੀਕ ਆ, ਜੇ ਤੁਹਾਨੂੰ ਇਹਨਾਂ ਨੇ ਇਨਵੀਟੇਸ਼ਨ ਭੇਜਿਆ ਤੇ ਤੁਸੀਂ 24 ਦਸੰਬਰ ਤੱਕ ਅਪਲਾਈ ਕਰ ਸਕਦੇ ਆ, ਆਪਣੀ ਅਰਜ਼ੀ ਦੇ ਸਕਦੇ ਆ। 2 ਅਰਜ਼ੀਆਂ ਦੇਣੀਆਂ ਪੈਣੀਆਂ ਉਹਨਾਂ ਨੂੰ, ਇੱਕ ਜਿਹੜਾ ਬੰਦਾ ਸਪਾਂਸਰ ਕਰ ਰਿਹਾ ਤੇ ਦੂਜਾ ਜਿਹੜਾ ਮਾਪਾ ਇੱਥੇ ਆ ਰਿਹਾ ਆ। ਆਨਲਾਈਨ ਤੁਸੀਂ ਦੇ ਸਕਦੇ ਆ। ਹੁਣ ਜਿੱਦਾਂ ਪਹਿਲਾਂ ਦੱਸਿਆ, ਇਹਦੇ ਵਿੱਚ ਖਾਸ ਗੱਲ ਜਿਹੜੀ ਅੱਜ ਇਹ ਖਬਰ ਕਰਨ ਦੀ ਖਾਸ ਗੱਲ ਇਹ ਆ ਕਿ ਜੇ ਤੁਹਾਨੂੰ ਇਨਵੀਟੇਸ਼ਨ ਨਹੀਂ ਆਇਆ ਤਾਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਇੱਕ ਫਾਰਮ ਪਿਆ ਆ, ਉਹ ਫਾਰਮ ਨੂੰ ਫਿਲ ਕਰ ਦਿਓ। ਫਾਰਮ ਫਿਲ ਕਰਕੇ ਇਹਨਾਂ ਕੋਲ ਚਲੇ ਜਾਊਗਾ। ਤੁਹਾਡੇ ਕੋਲੇ ਤੁਹਾਡੀ ਈਮੇਲ ਹੈ ਨਹੀਂ, ਤੁਹਾਡੇ ਕੋਲੇ ਤੁਹਾਡਾ ਉਹ ਜਿਹੜਾ ਇਹਨਾਂ ਨੇ ਕੋਡ ਦਿੱਤਾ ਸੀ, ਇੱਕ ਨੰਬਰ ਦਿੱਤਾ ਸੀ, ਉਹ ਹੈ ਨਹੀਂ, ਤਾਂ ਤੁਸੀਂ ਇਹ ਫਾਰਮ ਭਰ ਦਿਓ। ਫਾਰਮ ਦੇ ਉੱਤੇ ਬੇਸਿਕ ਇਨਫੋਰਮੇਸ਼ਨ ਆ ਕਿ ਤੁਹਾਡੀ ID ਦਾ ਨੰਬਰ ਕੀ ਆ, ਤੁਹਾਡਾ ਨਾਂ ਕੀ ਆ, ਤੁਹਾਡਾ ਐਡਰੈਸ ਕੀ ਆ, ਤੁਹਾਡਾ ਹੁਣ ਦੀ ਈਮੇਲ ਕੀ ਆ, ਉਹ 3-4 ਗੱਲਾਂ ਪੁੱਛ ਕੇ ਤੇ ਉਹ ਤੁਸੀਂ ਉਹਨਾਂ ਨੂੰ ਫਾਰਮ ਭੇਜ ਦਿਓ। ਉਹ ਫਾਰਮ ਭੇਜਣ ਤੋਂ ਬਾਅਦ ਫਿਰ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਜੀ ਤੁਹਾਡਾ ਨਾਂ ਇਹਦੇ ਵਿੱਚ ਹੈਗਾ ਆ ਤੇ ਤੁਸੀਂ ਇੱਥੇ ਅਪਲਾਈ ਕਰੋ। ਇਹਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਲੋਕਾਂ ਨੇ ਕਈ ਵਾਰੀ ਈਮੇਲ ਚੈੱਕ ਹੀ ਨਹੀਂ ਕਰਦੇ ਆਪਣੀ, ਜਾਂ ਉਹ ਈਮੇਲ ਦੇ ਵਿੱਚ ਅੱਗੇ ਕਈ ਫੋਲਡਰ ਹੁੰਦੇ ਆ ਜੰਕ, ਜਾਂ ਜਿਹੜਾ ਉਹ ਸਪੈਮ ਫੋਲਡਰ ਵਾਲਾ ਹੁੰਦਾ, ਉਹ ਕਿਉਂਕਿ ਈਮੇਲਸ ਉੱਧਰੋਂ ਆਉਂਦੀਆਂ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ, ਉਹਦੇ ਵਿੱਚ ਚਲੇ ਜਾਂਦੀਆਂ, ਤੁਹਾਨੂੰ ਪਤਾ ਨਹੀਂ ਲੱਗਦੀਆਂ। ਇਹਨੂੰ ਕਨਫਰਮ ਕਰਨ ਦੇ ਲਈ ਜਿਹੜੇ ਲੋਕਾਂ ਨੇ 2020 ਦੇ ਵਿੱਚ ਆਪਣੇ ਮਾਪਿਆਂ ਦਾ ਅਪਲਾਈ ਕੀਤਾ ਸੀ ਪਰ ਅਜੇ ਤੱਕ ਉਹਨਾਂ ਦਾ ਨੰਬਰ ਨਹੀਂ ਆਇਆ, ਉਹ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਉਹ ਫਾਰਮ ਚੱਕ ਕੇ ਉਹ ਫਾਰਮ ਭਰ ਕੇ ਤੇ ਆਪਣਾ ਜਿਹੜਾ ਕਨਫਰਮੇਸ਼ਨ ਨੰਬਰ ਆ ਉਹਦੇ ਤੋਂ ਲੈ ਸਕਦੇ ਆ। ਤੇ ਜਦੋਂ ਤੁਸੀਂ ਉਹ ਫਾਰਮ ਭਰ ਦਿੰਦੇ ਆ 10 ਦਿਨ ਲਈ ਇਹ ਕਹਿੰਦਾ ਡਿਪਾਰਟਮੈਂਟ ਕਿ 10 ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਉਹ ਕਨਫਰਮੇਸ਼ਨ ਨੰਬਰ ਭੇਜ ਦਾਂਗੇ। ਵੈਸੇ ਭੇਜ 3-4 ਦਿਨ ਦੇ ਵਿੱਚ ਹੀ ਦਿੰਦੇ ਆ, ਤੇ ਉਹ ਵੈਬ ਫਾਰਮ ਪਾਉਣ ਤੋਂ ਬਾਅਦ ਤੁਹਾਨੂੰ ਜਿਹੜਾ ਪਤਾ ਲੱਗ ਜੂਗਾ। ਜਦੋਂ ਜੇ ਤੁਹਾਡਾ ਉਹਦੇ ਵਿੱਚ ਨੰਬਰ ਆਇਆ ਹੋਇਆ ਤਾਂ ਫਿਰ ਸਪਾਂਸਰ ਕਰਨ ਦੀ ਫੀਸ $1000 ਦੇ ਕਰੀਬ ਆ, ਤੇ ਵੈਬਸਾਈਟ ਮੁਤਾਬਕ ਜਿਹੜੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਦੀ PR ਦੀ ਅਰਜ਼ੀ ਪ੍ਰੋਸੈਸਿੰਗ ਦਾ ਸਮਾਂ 37 ਮਹੀਨੇ ਆ। ਹੁਣ ਜੇਕਰ ਤੁਹਾਡੇ ਕੋਲ ਜਿਹੜਾ ਉਹ ਇਨਵੀਟੇਸ਼ਨ ਨਹੀਂ ਆਇਆ ਤਾਂ ਤੁਹਾਡੇ ਕੋਲ ਫਿਰ 2 ਹੀ ਆਪਸ਼ਨ ਬਚਦੀਆਂ ਹੈ ਕਿ ਆਪਣੇ ਮਾਂ-ਬਾਪ ਨੂੰ ਜਾਂ ਤਾਂ ਤੁਸੀਂ ਵਿਜ਼ਟਰ ਵੀਜ਼ੇ ਤੇ ਸੱਦ ਲਓ, ਨਹੀਂ ਤਾਂ ਉਹਨਾਂ ਨੂੰ ਸੁਪਰ ਵੀਜ਼ੇ ਤੇ ਸੱਦ ਲਓ। ਵਿਜ਼ਟਰ ਵੀਜ਼ੇ ਤੇ ਬੰਦਾ 6 ਮਹੀਨੇ ਇੱਥੇ ਰਹਿ ਸਕਦਾ, ਤੇ ਸੁਪਰ ਵੀਜ਼ੇ ਤੇ ਆਇਆ ਬੰਦਾ ਲਗਾਤਾਰ 5 ਸਾਲ ਵੀ ਕੈਨੇਡਾ ਦੇ ਵਿੱਚ ਰਹਿ ਸਕਦਾ ਆ। ਤੇ ਜਿਹੜਾ ਬੰਦਾ ਇੱਥੇ ਦਾ PR ਜਾਂ ਸਿਟੀਜ਼ਨ ਆ ਉਹੀ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਦੇ ਉੱਤੇ ਸੱਦ ਸਕਦਾ ਆ, ਤੇ ਉਹਦੇ ਲਈ ਕੁਦਰਤੀ ਤੌਰ ਤੇ ਜਿਹੜੀ ਉਹਦੀ ਇੰਸ਼ੋਰੈਂਸ ਦੀ ਇੱਕ ਰਕਮ ਆ ਉਹ ਦੇਣੀ ਪੈਂਦੀ ਆ ਤੁਹਾਨੂੰ। ਤੇ ਇਸ ਜਿਹੜਾ ਸੁਪਰ ਵੀਜ਼ਾ ਹੈ ਫਿਰ ਲਗਾਤਾਰ 2 ਸਾਲ ਤੱਕ ਕੈਨੇਡਾ ਰਹਿ ਸਕਦਾ। ਇਮੀਗ੍ਰੇਸ਼ਨ ਮੰਤਰਾਲੇ ਨੇ ਇਸ ਸਾਲ ਜੂਨ ਮਹੀਨੇ ਦੇ ਵਿੱਚ ਕੈਨੇਡਾ ਦੇ ਵਿੱਚ ਇਹਦੀ ਮਿਆਦ ਨੂੰ 2 ਸਾਲ ਤੋਂ 5 ਸਾਲ ਕਰ ਦਿੱਤਾ ਸੀ। ਵੱਡਾ ਫਰਕ ਅਸਲ 'ਚ ਹੁੰਦਾ ਕੀ ਆ PR ਤੇ ਇਹਦੇ ਵਿੱਚ, ਬਾਕੀ ਫਰਕ ਬਹੁਤ ਸਾਰੇ ਹੁੰਦੇ ਪਰ ਮੈਡੀਕਲ ਦੀ ਸਹੂਲਤ ਹੁੰਦੀ ਆ ਕਿ ਜੇ ਤੁਸੀਂ PR ਜੇ ਇੱਥੇ ਵਿਜ਼ਟਰ ਵੀਜ਼ੇ ਦੇ ਉੱਤੇ ਜਿਹੜੇ ਮਾਪੇ ਵੀ ਆਉਂਦੇ ਆ ਜਾਂ ਉਹ ਸੁਪਰ ਵੀਜ਼ੇ ਦੇ ਉੱਤੇ ਆਉਂਦੇ ਆ, ਜੇ ਕੋਈ ਉਹਨਾਂ ਦਾ ਇੰਸ਼ੋਰੈਂਸ ਨਹੀਂ ਆ ਜਾਂ ਉਹ ਬਿਮਾਰ ਹੋ ਜਾਂਦੇ ਤਾਂ ਉਸ ਵੇਲੇ ਖਰਚਾ ਬਹੁਤ ਆ, ਫਿਰ ਇਹ ਕੈਨੇਡਾ ਉਹਨਾਂ ਦੇ ਮੈਡੀਕਲ ਨੂੰ ਕਵਰ ਨਹੀਂ ਕਰਦਾ, ਉਸ ਕਰਕੇ ਉਹਨਾਂ ਨੂੰ ਮੈਡੀਕਲ ਇੰਸ਼ੋਰੈਂਸ ਲੈਣੀ ਪੈਂਦੀ ਆ। ਇਹ ਇਸ ਚੀਜ਼ ਦੇ ਵਿੱਚ ਇੱਕ ਵੱਡੀ ਦਿੱਕਤ ਆ। ਸੋ ਇਸ ਵਾਰ ਦੀ ਜਿਹੜੀ ਖਾਸ ਗੱਲ ਇਹ ਆ, ਇਹ ਸਾਰੇ ਮਾਂ-ਬਾਪ ਨੂੰ ਜਿਹੜੇ ਸੱਦਣ ਵਾਲਾ ਪ੍ਰੋਗਰਾਮ ਆ ਇਹਦੇ ਵਿੱਚੋਂ ਕਿ ਜਿਨ੍ਹਾਂ ਲੋਕਾਂ ਨੇ 2020 ਦੇ ਵਿੱਚ ਅਪਲਾਈ ਕੀਤਾ ਸੀ ਉਹਨਾਂ ਦੇ ਵਿੱਚੋਂ ਹੀ ਬਾਰ-ਬਾਰ ਸੱਦੇ ਜਾ ਰਹੇ ਆ, ਭਾਵ ਉਹਨਾਂ ਦੇ ਚਾਂਸ ਵੱਧ ਰਹੇ ਆ। ਔਰ ਕੁਝ ਗੱਲਾਂ ਇਹ ਵੀ ਪਤਾ ਲੱਗ ਰਹੀਆਂ ਕਿ ਜਿੰਨਾ ਚਿਰ ਇਹ ਸਾਰੇ ਨਹੀਂ ਸੱਦੇ ਜਾਂਦੇ ਉਹਨਾਂ ਚਿਰ ਇਹਨਾਂ ਨੇ ਇਹਦੇ ਵਿੱਚੋਂ ਹੀ ਲਾਟਰੀ ਕੱਢੀ ਜਾਣੀ ਹੈ ਕਿ ਪਹਿਲਾਂ 15,000 ਦੀ ਕੱਢੀ, ਫਿਰ 10,000 ਦੀ, ਫਿਰ 15,000 ਦੀ, ਫਿਰ 15,000 ਦੀ। ਤੇ ਜੇ ਹਜੇ ਤੱਕ ਵੀ ਤੁਹਾਡਾ ਨੰਬਰ ਨਹੀਂ ਆਇਆ ਤਾਂ ਹੋ ਸਕਦਾ ਅਗਲੀ ਦੇ ਵਿੱਚ ਆ ਜਾਵੇ। ਅਪਲਾਈ ਦੁਬਾਰਾ ਤੁਸੀਂ ਜਿਹੜਾ ਨਹੀਂ ਕਰਨਾ, ਇਹ ਚੈੱਕ ਕਰਨ ਲਈ ਵੀ ਤੁਹਾਡਾ ਨੰਬਰ ਆਇਆ ਸੀ, ਤੁਹਾਡੇ ਕੋਲ ਈਮੇਲ ਮਿਸ ਤਾਂ ਨਹੀਂ ਹੋਊਗੀ ਜਾਂ ਈਮੇਲ ਗਵਾਚ ਤਾਂ ਨਹੀਂ ਗਈ ਜਾਂ ਤੁਹਾਡੇ ਕੋਲ ਰੈਫਰੈਂਸ ਨੰਬਰ ਹੈ ਨਹੀਂ। ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਉਹ ਵੈਬ ਫਾਰਮ ਭਰਿਆ ਜਾ ਸਕਦਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖਾਸ ਗੱਲ ਇਹ ਆ ਵੀ ਇੱਥੇ ਮੀਂਹ ਵੈਨਕੂਵਰ ਤੇ ਮੈਟਰੋ ਵੈਨਕੂਵਰ ਦੇ ਇਲਾਕਿਆਂ ਦੇ ਵਿੱਚ ਬਹੁਤ ਪੈਂਦਾ ਰਹਿੰਦਾ। ਵੈਨਕੂਵਰ ਨੂੰ ਰੇਨਕੂਵਰ ਵੀ ਕਈ ਵਾਰੀ ਦੱਸਿਆ ਜਾਂਦਾ, ਪਰ ਫਿਰ ਵੀ ਇੱਥੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੋਕਾ ਪੈਂਦਾ। ਲੋਕ ਇਸ ਗੱਲ ਨੂੰ ਹੈਰਾਨੀ ਵੀ ਸਮਝਦੇ ਆ ਵੀ ਇੰਨਾ ਮੀਂਹ ਪੈਂਦਾ ਫਿਰ ਇੱਥੇ ਸੋਕਾ ਕਿਵੇਂ ਪੈ ਜਾਂਦਾ। BC ਦੇ ਵਿੱਚ ਬਹੁਤ ਸਾਰੇ ਇਲਾਕੇ ਨੇ ਔਰ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਹਾਲਤਾਂ ਨੇ। ਹੁਣ ਆਹ ਵੀਕਐਂਡ ਦੇ ਉੱਤੇ ਮੀਂਹ ਪਿਆ, ਐਟਮੋਸਫੈਰਿਕ ਰਿਵਰ ਦੀ ਗੱਲਬਾਤ ਸੀਗੀ, ਸਾਰਾ ਕੁਛ ਹੋਇਆ, ਪਰ ਇਹਦੇ ਬਾਵਜੂਦ ਵੀ ਦੱਸਦੇ ਹਜੇ ਸੋਕੇ ਦੇ ਵਿੱਚੋਂ
ਬਾਹਰ ਨਹੀਂ ਆ ਸਕੇ। ਨਿਕੋਲਾ, ਕੋਲਡ ਵਾਟਰ ਤੇ ਦੂਜੀਆਂ ਥਾਵਾਂ ਦੇ ਉੱਤੇ ਡਰਾਟ ਲੈਵਲ 4 ਇਸ ਵੇਲੇ ਦੱਸਿਆ ਜਾ ਰਿਹਾ। ਲੋਅਰ ਮੇਨਲੈਂਡ ਦੇ ਵਿੱਚ, ਵੈਸਟ ਵੈਨਕੂਵਰ ਆਈਲੈਂਡ ਦੇ ਵਿੱਚ ਜਿੱਥੇ ਜਿਹੜਾ ਸੋਕਾ ਆ 5 ਲੈਵਲ ਦੇ ਉੱਤੇ ਸੀਗਾ। ਲੈਵਲ 4 ਦਾ ਮਤਲਬ ਇਹ ਆ ਕਿ ਐਡਵਰਸ ਡਰਾਟ ਆ ਜਿਹੜਾ ਚੀਜ਼ਾਂ ਨੂੰ ਉੱਤੇ ਅਸਰ ਪਾ ਸਕਦਾ, ਤੇ 5 ਦਾ ਮਤਲਬ ਹੈਗਾ ਕਿ ਇਹ ਜਿਹੜਾ ਆਲਮੋਸਟ ਬਹੁਤ ਸਾਰੀਆਂ ਚੀਜ਼ਾਂ ਨੂੰ ਡੈਮੇਜ ਕਰਦਾ ਹੈ। ਸਨਸ਼ਾਈਨ ਕੋਸਟ, ਈਸਟ ਵੈਨਕੂਵਰ ਆਈਲੈਂਡ, ਈਸਟਰਨ ਪੈਸੀਫਿਕ ਰੇਂਜ ਤੇ ਜਿਹੜਾ ਅੰਟਾਇਰ ਨਾਰਥ ਈਸਟ ਕਾਰਨਰ ਆਫ BC ਆ, ਸਾਰੇ ਲੈਵਲ 5 ਦੇ ਉੱਤੇ ਆ। ਭਾਵੇਂ ਇਸ ਗੱਲ ਦੇ ਕਿ ਇੰਨਾ ਜ਼ਿਆਦਾ ਮੀਂਹ ਪਿਛਲੇ ਦਿਨਾਂ ਦੇ ਵਿੱਚ ਪਿਆ, 50 ਤੋਂ 70 ਮਿਲੀਮੀਟਰ ਤੱਕ ਐਤਵਾਰ ਨੂੰ ਜਿਹੜੀ ਬਾਰਿਸ਼ ਹੋਈ ਆ, ਇਹਦੇ ਬਾਵਜੂਦ BC ਹਾਈਡਰੋ ਜਿਹੜਾ ਉਹ ਆਪਣੀ ਪਾਵਰ ਜਨਰੇਸ਼ਨ ਰਿਡਿਊਸ ਕੀਤੀ ਆ ਉਹਨਾਂ ਨੇ ਲੌਟ ਲੇਕ ਦੇ ਵਿੱਚ ਡਰਾਟ ਕੰਡੀਸ਼ਨ ਦੇ ਕਰਦਿਆਂ, ਕਿ ਕਿਉਂਕਿ ਸੋਕਾ ਪਿਆ ਇਸ ਕਰਕੇ ਉਸ ਲੇਕ ਦੇ ਵਿੱਚੋਂ ਜਿਹੜੀ ਹਾਈਡਰੋ ਪਾਵਰ ਜਨਰੇਸ਼ਨ ਹੁੰਦੀ ਸੀ ਉਹਨੂੰ ਰੋਕ ਦਿੱਤਾ ਸੀ। ਤੁਹਾਨੂੰ ਇਹ ਵੀ ਪਤਾ ਕਿ ਇਹ ਮੀਂਹ ਪੈਣ ਤੋਂ ਥੋੜ੍ਹੇ ਦਿਨ ਪਹਿਲਾਂ ਸਨਸ਼ਾਈਨ ਕੋਸਟ ਦੇ ਉੱਤੇ ਐਮਰਜੈਂਸੀ ਡਿਕਲੇਅਰ ਕੀਤੀ ਸੀ BC ਨੇ। ਐਨਵਾਇਰਨਮੈਂਟ ਕੈਨੇਡਾ ਨੇ ਕਿਹਾ ਸੀ ਕਿ ਸਨਸ਼ਾਈਨ ਕਮਿਊਨਿਟੀ ਜਿਹੜੀ ਇੱਧਰਲੇ ਪਾਸੇ ਹੈਗੀ ਆ, ਇੱਥੇ 64 ਮਿਲੀਮੀਟਰ ਤੋਂ ਜ਼ਿਆਦਾ ਇਸ ਮਹੀਨੇ ਦੇ ਵਿੱਚ ਰੇਨ ਆ, ਤੇ ਜਿਹੜੀ ਐਵਰੇਜ ਹੈਗੀ ਆ 200 ਮਿਲੀਮੀਟਰ ਉਹਦੇ ਤੋਂ ਘੱਟ ਆ। ਸੋ ਜਿਹੜਾ ਪੂਰਾ ਉੱਥੇ ਪਾਣੀ ਨਹੀਂ ਆ ਜਿੰਨਾ ਚਾਹੀਦਾ। ਸੋ ਬਹੁਤ ਵਾਰੀ ਲੋਕ ਹੈਰਾਨ ਹੁੰਦੇ ਆ, ਪਰ ਇੱਥੇ ਇਹ ਗੱਲ ਦੇਖਣ ਵਾਲੀ ਆ ਕਿ ਜਿੰਨਾ ਲੋਕਾਂ ਨੂੰ ਇੱਥੇ ਪਾਣੀ ਦੀ ਲੋੜ ਆ ਜਾਂ ਜਿੱਥੇ ਇਸ ਵੇਲੇ ਸੋਕਾ ਪਿਆ, ਅਜੇ ਵੀ BC ਦੇ ਬਹੁਤ ਸਾਰੇ ਇਲਾਕੇ ਉਸ ਸੋਕੇ ਦੇ ਵਿੱਚ ਉਹ ਲੰਘ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵਿਡੰਬਨਾ ਆ ਕਿ ਕੁਝ ਥਾਵਾਂ ਦੇ ਉੱਤੇ ਤਹੜ ਆ ਰਹੇ ਨੇ, ਜਿੱਥੇ ਇੱਕਦਮ ਐਟਮੋਸਫੈਰਿਕ ਰਿਵਰ ਦਾ ਮਤਲਬ ਕਿ ਜਿਹੜਾ ਪੂਰੇ ਦਾ ਪੂਰਾ ਪਾਣੀ ਹੈ ਹਵਾ ਦੇ ਵਿੱਚੋਂ, ਜਿੰਨਾ ਮੀਂਹ ਜਿੰਨੇ ਸਮੇਂ ਦੇ ਵਿੱਚ ਪੈਣਾ ਹੁੰਦਾ, ਥੋੜ੍ਹੇ ਸਮੇਂ ਦੇ ਵਿੱਚ ਉਨਾ ਪਾਣੀ ਹੈ ਉਹਦੇ ਵਿੱਚੋਂ ਥੱਲੇ ਡਿੱਗ ਜਾਂਦਾ, ਜਿਹਦੇ ਨਾਲ ਨੁਕਸਾਨ ਜ਼ਿਆਦਾ ਹੁੰਦਾ। ਪਰ ਸੋਕਾ ਅਜੇ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੱਸਿਆ ਜਾ ਰਿਹਾ। ਕੱਲ੍ਹ ਦਾ ਇੱਕ ਮੁੱਦਾ ਬਹੁਤ ਚਰਚਾ ਦੇ ਵਿੱਚ ਆ ਔਰ ਇਹਦੇ 'ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇੱਕ ਨਵਾਂ ਪੇਮੈਂਟ ਮਾਡਲ ਡਾਕਟਰਾਂ ਦੇ ਲਈ ਦੱਸਿਆ ਕਿ ਜਿਹੜੇ ਡਾਕਟਰ ਨੇ ਇੱਥੇ, ਫੈਮਿਲੀ ਡਾਕਟਰ ਨੇ ਪ੍ਰੋਵਿੰਸ ਦੇ ਵਿੱਚ, ਇਹ ਦੱਸੀ ਜਾ ਰਹੀ ਕਿ ਅੱਜ ਤੱਕ ਦੀ ਇਸ ਹੈਲਥ ਕੇਅਰ ਸਿਸਟਮ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਡੀਲ ਆ ਜਿਹਦੇ 'ਚ ਡਾਕਟਰਾਂ ਦੀ ਜਿੱਤ ਹੋਈ ਹੈ। ਵੀ ਡਾਕਟਰਾਂ ਨੇ ਇੱਕ ਪਲਾਨ ਬਣਾ ਕੇ ਜਾਂ ਮਾਡਲ ਦਿੱਤਾ ਹੋ ਜਾਂ ਸਰਕਾਰ ਦੇ ਨਾਲ ਰਲ ਕੇ ਬਣਾਇਆ ਹੋਵੇ, ਤੇ ਸਰਕਾਰ ਸਿੱਧੀ ਉਸ ਗੱਲ ਦੇ ਉੱਤੇ ਸਹਿਮਤ ਹੋ ਗਈ ਹੋਵੇ, ਪਹਿਲਾਂ ਕਦੇ ਨਹੀਂ ਹੋਇਆ। ਬਹੁਤ ਵੱਡਾ ਫਾਇਦਾ ਇਹਨੂੰ ਦਿੱਤਾ ਇਹ ਦੱਸਿਆ ਜਾ ਰਿਹਾ। ਪ੍ਰੋਵਿੰਸ਼ੀਅਲ ਹੈਲਥ ਅਫੀਸ਼ੀਅਲ ਨੇ ਅਨਾਊਂਸ ਕੀਤੀਆਂ ਸੀ ਚੇਂਜਸ ਕੱਲ੍ਹ ਸੋਮਵਾਰ ਨੂੰ, ਜਿਹਦੇ ਵਿੱਚ ਜਿਹੜੇ ਫਿਜ਼ੀਸ਼ੀਅਨਸ ਨੇ, ਜਿਹੜੇ ਫੈਮਿਲੀ ਡਾਕਟਰ ਨੇ, ਉਹਨਾਂ ਨੂੰ ਦੱਸਿਆ ਸੀ ਕਿ ਇੱਥੇ ਇਹ ਰਹਿਣਗੇ ਔਰ ਅਗਲੇ ਸਾਲ ਤੋਂ ਜਿਹੜਾ ਫੀ ਟੂ ਸਰਵਿਸ ਸਿਸਟਮ ਆ ਇਹਨੂੰ ਬਦਲ ਸਕਦੇ ਆ ਤੇ ਇਹਦੇ ਤੋਂ ਬਾਹਰ ਵੀ ਹੋ ਸਕਦੇ ਆ। ਇਸ ਸਿਸਟਮ ਦੇ ਵਿੱਚ $30 ਜਿਹੜਾ ਪਰ ਪੇਸ਼ੈਂਟ ਵਿਜ਼ਿਟ ਦੇ ਹੁੰਦੇ ਆ, ਤੇ ਫਿਰ ਉਹ ਹੁਣ ਜਿਹੜਾ ਇਹ ਪਹਿਲਾ ਸਿਸਟਮ ਚੱਲਦਾ, ਫੈਮਿਲੀ ਡਾਕਟਰ ਕਿਸੇ ਵੀ ਬੰਦੇ ਨੂੰ ਦੇਖਦੇ ਆ, ਚਾਹੇ ਉਹਨੂੰ ਕੈਂਸਰ ਹੋਇਆ ਤੇ ਚਾਹੇ ਉਹਨੂੰ ਨਜ਼ਲਾ ਜ਼ੁਕਾਮ ਹੋਇਆ, ਉਹਨੂੰ $30 ਹੀ ਡਾਕਟਰ ਨੂੰ ਵਿਜ਼ਿਟ 'ਤੇ ਮਿਲਦੇ ਆ, ਵਿਜ਼ਿਟ ਦੇ ਹਿਸਾਬ ਦੇ ਨਾਲ। ਹੁਣ ਇਹਨਾਂ ਨੇ ਚੇਂਜ ਕਰ ਦਿੱਤਾ ਵੀ ਡਾਕਟਰ ਦੇ ਜਿਹੜੀ ਫੀਸ ਆ ਉਹ ਹੋਊਗੀ, ਉਹ ਕਿਹੜੀ ਬਿਮਾਰੀ ਦੇਖ ਰਿਹਾ, ਕਿੰਨਾ ਚਿਰ ਉਹਦੇ ਉੱਤੇ ਲਾ ਰਿਹਾ ਤੇ ਕੀ ਉਹਦਾ ਹਿਸਾਬ ਆ, ਕੋਈ ਕੰਪਲੈਕਸ ਕਰੋਨਿਕ ਹੈਲਥ ਪ੍ਰੋਬਲਮ ਆ, ਉਹਦੇ ਹਿਸਾਬ ਨਾਲ ਉਹਦੀ ਪੇਮੈਂਟ ਕੀਤੀ ਜਾਊਗੀ। ਨਵਾਂ ਜਿਹੜਾ ਪੇਮੈਂਟ ਮਾਡਲ ਆ ਇਹਦੇ ਵਿੱਚ ਬਹੁਤ ਸਾਰੇ ਫੈਕਟਰਸ ਦੇਖੇ ਜਾਣਗੇ। ਪੇਸ਼ੈਂਟ ਦੇ ਨਾਲ ਉਹਦੀ ਕੰਪਲੈਕਸਿਟੀ ਕੀ ਆ, ਉਹਦੀ ਨੀਡ ਦੀ, ਡਾਕਟਰ ਨੇ ਕਿੰਨੇ ਪੇਸ਼ੈਂਟ ਰੋਜ਼ ਦੇਖੇ ਆ, ਉਹਦੀ ਐਡਮਿਨਿਸਟ੍ਰੇਟਿਵ ਕਾਸਟ ਕੀ ਆ, ਡਾਕਟਰ ਦੀ ਸਪੋਰਟ ਸਟਾਫ ਉੱਥੇ ਆਫਿਸ ਦੇ ਵਿੱਚ ਕਿੰਨਾ ਆ। ਸੋ ਇਹਦੇ ਵਿੱਚ ਇੱਕ ਵੱਡੀ ਜਿਹੜੀ ਚੇਂਜ ਆਈ ਆ। ਬਹੁਤ ਸਾਰੇ ਫੈਮਿਲੀ ਡਾਕਟਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਣੇ ਇੰਡੀਪੈਂਡੈਂਟ ਕੰਟਰੈਕਟਰ ਨੇ, ਜਿਹੜੇ ਇੱਕ ਤਰੀਕੇ ਨਾਲ ਬਿਜ਼ਨਸ ਜਿਹੜੀ ਪ੍ਰੈਕਟਿਸ ਆ ਉਹਨੂੰ ਬਿਜ਼ਨਸ ਵਾਂਗੂ ਰਨ ਕਰਦੇ ਆ। ਆਪਣੇ ਓਵਰਹੈਡ ਕਾਸਟ ਜਿਹੜੀ ਉਹ ਜਿੱਥੇ ਉਹ ਕੰਮ ਕਰਦੇ ਉਹਦੀ ਲੀਜ਼ ਵੀ ਪੇ ਕਰਦੇ ਆ, ਉੱਥੇ ਸਟਾਫ ਦਾ ਖਰਚਾ ਵੀ ਦਿੰਦੇ ਆ, ਜਿਹੜਾ ਉਹਨਾਂ ਨੂੰ ਕੋਈ ਉਹ ਸਰਿੰਜਾਂ ਤੇ ਹੋਰ ਮੈਡੀਕਲ ਇਕਵਿਪਮੈਂਟ ਚਾਹੀਦਾ ਹੁੰਦਾ ਉਹਦਾ ਵੀ ਖਰਚਾ ਕਰਦੇ ਆ। ਤੇ ਫੈਮਿਲੀ ਡਾਕਟਰ ਇਸ ਪਾਸੇ ਆਉਣਾ ਨਹੀਂ ਚਾਹੁੰਦੇ, ਉਹ ਕਹਿੰਦੇ ਖਰਚਾ ਜ਼ਿਆਦਾ ਆ ਤੇ ਬਚਦਾ ਕੁਛ ਨਹੀਂ। ਤਾਂ ਸੋ ਇਹ ਜਿਹੜੀ ਔਨ ਐਨ ਐਵਰੇਜ 80,000 ਤੋਂ ਜਿਹੜਾ 85,000 ਇਹ ਸਾਰਾ ਲਾ ਪਾ ਕੇ ਉਹਨਾਂ ਦੀ ਆਪਰੇਟਿੰਗ ਕਾਸਟ ਸਾਲ ਦੀ ਬਣ ਜਾਂਦੀ ਹੈ। ਬਹੁਤ ਸਾਰੇ ਲੋਕ ਪ੍ਰੋਵਿੰਸ ਦੇ ਵਿੱਚ ਹੈਗੇ ਆ ਜਿਹੜੇ ਹੁਣ ਉਹਨਾਂ ਦੇ ਵਿੱਚ ਫੈਮਿਲੀ ਡਾਕਟਰ ਜਿਹੜੇ ਪ੍ਰੋਵਿੰਸ ਦੇ ਵਿੱਚ ਹੈਗੇ ਆ ਉਹ ਵੱਧ ਰਹੇ ਆ, ਉਹਨਾਂ ਦੀ ਗਿਣਤੀ ਵੱਧ ਰਹੀ ਆ ਤੇ ਅਗਲੇ ਸਾਲ ਜਿਹੜੀ ਆ ਇਹ ਹੋਰ ਵਧਣੀ ਹੈ। ਸੋ ਇਹ ਸਾਰੇ ਕੁਛ ਨੂੰ ਦੱਸਣ ਦੇ ਲਈ ਜਿਹੜੀ ਪਲਾਨ ਉਹਨਾਂ ਨੇ ਦਿੱਤੀ ਆ ਸਰਕਾਰ ਨੇ, ਉਹ ਮਾਡਲ ਬਹੁਤ ਚੰਗਾ ਦੱਸਿਆ ਔਰ ਉਹਦੇ ਵਿੱਚ ਬਹੁਤ ਵੱਡਾ ਵਾਧਾ ਦੱਸਿਆ ਜਾ ਰਿਹਾ। ਹੁਣ ਕੁਛ ਤੇ ਲੋਕ ਕਹਿ ਰਹੇ ਕਿ ਇਹਦੇ ਵਿੱਚ ਬਹੁਤ ਵੱਡਾ ਫਾਇਦਾ ਡਾਕਟਰਸ ਨੂੰ ਹੋ ਰਿਹਾ। ਜਿਹੜਾ ਫੁੱਲ ਟਾਈਮ ਫੈਮਿਲੀ ਡਾਕਟਰ ਆ ਉਹਨੂੰ ਪਹਿਲਾਂ 1 ਸਾਲ ਦਾ $2.5 ਲੱਖ ਮਿਲਦਾ ਸੀ, ਸਾਲ ਦਾ $2.5 ਲੱਖ, ਤੇ ਹੁਣ ਉਹਨਾਂ ਨੇ ਵਧਾ ਕੇ $3,85,000 ਕਰ ਦਿੱਤਾ। 40% ਦੇ ਕਰੀਬ ਜ਼ਿਆਦਾ ਜੰਪ, ਮਤਲਬ ਇੰਨੀ ਜ਼ਿਆਦਾ ਵਾਧਾ ਪਹਿਲਾਂ ਕਦੇ ਹੋਇਆ ਨਹੀਂ। ਡਾਕਟਰ ਵੀ ਖੁਸ਼ ਆ ਕਿਉਂਕਿ ਮਾਡਲ ਵੀ ਕਹਿੰਦੇ ਉਹਨਾਂ ਨੇ ਦਿੱਤਾ ਸੀ। ਮਾਮਲੇ ਦੋ ਨੇ ਇਸ ਵੇਲੇ ਸਰਕਾਰ ਦੇ ਸਾਹਮਣੇ। ਇੱਕ ਮਾਮਲਾ ਤਾਂ ਇਹ ਆ ਵੀ ਇਹਨਾਂ ਡਾਕਟਰਸ ਨਵੇਂ ਇਸ ਪ੍ਰੋਫੈਸ਼ਨ ਦੇ ਵਿੱਚ ਲਿਆਉਣੇ ਕਿੱਦਾਂ ਆ, ਫੈਮਿਲੀ ਫਿਜ਼ੀਸ਼ੀਅਨ, ਅਤੇ ਦੂਜਾ ਜਿਹੜੇ ਹੈਗੇ ਆ ਇਹਨਾਂ ਨੂੰ ਇੱਥੇ ਰੱਖਣਾ ਕਿੱਦਾਂ ਆ।
ਤੁਹਾਨੂੰ ਪਤਾ ਹੈ ਕਿ 10 ਲੱਖ ਬੰਦਾ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹੋ ਜਿਹਾ ਜਿਹਦੇ ਕੋਲੇ ਫੈਮਿਲੀ ਡਾਕਟਰ ਹੈ ਨਹੀਂ, ਤੇ ਉਹ ਤਰਸ ਰਿਹਾ ਵੀ ਸਾਨੂੰ ਫੈਮਿਲੀ ਡਾਕਟਰ ਦੱਸ ਦਿਓ। ਕਈ ਲੋਕ ਅਖਬਾਰਾਂ 'ਚ ਐਡਾਂ ਪਾਉਂਦੇ ਆ ਕਿ ਸਾਡੇ ਕੋਲੇ ਫੈਮਿਲੀ ਡਾਕਟਰ ਹੈ ਨਹੀਂ, ਤੇ ਇੱਕ ਬੰਦੇ ਨੇ ਤੇ ਉਹਨਾਂ ਨੇ $5000 ਦਾ ਨਾਮ ਰੱਖਿਆ ਸੀ ਵੀ ਸਾਨੂੰ ਅਖਬਾਰ ਦੇ ਵਿੱਚ ਐਡ ਪਾਤੀ ਵੀ ਕੋਈ ਫੈਮਿਲੀ ਡਾਕਟਰ ਮਿਲਾ ਦਿਓ ਤੇ $5000 ਸਾਡੇ ਕੋਲੋਂ ਲੈ ਜਾਓ, ਸਾਨੂੰ ਲੋੜ ਬਹੁਤ ਆ। ਸੋ ਹੁਣ ਸਰਕਾਰ ਨੇ ਕਿਹਾ ਵੀ ਤੁਹਾਨੂੰ $2.5 ਲੱਖ ਇਹਨਾਂ ਫੈਮਿਲੀ ਫਿਜ਼ੀਸ਼ੀਅਨ ਨੂੰ ਸਾਲ ਦਾ ਅਸੀਂ ਦਿੰਦੇ ਸੀ, ਇਹ ਹੁਣ ਵਧਾ ਕੇ ਅਸੀਂ 3,85,000 ਕਰ ਦਾਂਗੇ, ਜਿਹੜਾ ਕਿ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਹੁਣ ਤੱਕ ਜਿਹੜਾ ਹੈਗਾ। ਤੇ ਇਹਦੇ ਵਿੱਚ ਹੁਣ ਕੀ ਰੌਲਾ ਇਹ ਆ ਕਿ ਜੇ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਫੈਮਿਲੀ ਫਿਜ਼ੀਸ਼ੀਅਨਸ ਨੇ, ਕੀ 1 ਸਾਲ ਬਾਅਦ ਇਸ ਸਕੀਮ ਨਾਲ ਫੈਮਿਲੀ ਫਿਜ਼ੀਸ਼ੀਅਨ ਦੀ ਗਿਣਤੀ ਵਧੂਗੀ? ਫਿਰ ਹੀ ਇਸ ਜਿਹੜਾ ਚੀਜ਼ ਦਾ ਫਾਇਦਾ ਹੈ। ਪਰ ਦੱਸਦੇ ਆ ਕਿ ਲੌਂਗ ਟਰਮ ਇਹਦਾ ਅਸਰ ਹੋਊਗਾ। ਜਿਹੜੀ ਪੇ ਇਨਕਰੀਜ਼ ਆ ਸਰਕਾਰ ਨੇ ਕੀਤੀ ਆ ਆਪਣੀ ਸਟੇਟਮੈਂਟਸ ਦੇ ਵਿੱਚ, ਫੰਡਸ ਹੈਗੇ ਆ, ਉਹ ਹੋਰ ਸਾਰੀਆਂ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਗੇ। ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਦੀ ਸਿਫਤ ਕੀਤੀ ਆ ਕਿ ਇੱਕ ਬਹੁਤ ਚੰਗੀ ਚੀਜ਼ ਆ, ਇਹਦੇ ਨਾਲ ਕੁਛ ਨਾ ਕੁਛ ਹੋਊਗਾ। ਜਿਹੜੇ BC ਦੇ ਡਾਕਟਰਸ ਨੇ ਉਹਨਾਂ ਨੂੰ ਵੀ ਦੱਸਿਆ ਕਿ ਇਹ ਜਿਹੜਾ ਨਵਾਂ ਐਗਰੀਮੈਂਟ ਹੈਗਾ ਆ, ਇਹ ਇੱਕ ਦੇਸ਼ ਦੇ ਵਿੱਚ ਬਹੁਤ ਚੰਗੀ ਚੀਜ਼ ਆ। ਸੋ ਗੋਲ ਜਿਹੜਾ ਪਹਿਲੀ ਫੈਮਿਲੀ ਪ੍ਰੈਕਟਿਸ ਨੂੰ ਸਟੈਬਲਾਈਜ਼ ਕਰਨ ਦਾ ਹੀ ਨਹੀਂ ਹੈ, ਸਗੋਂ ਦੂਜਿਆਂ ਨੂੰ ਇੱਥੇ ਸੱਦਣ ਦਾ ਵੀ ਆ। ਸੋ ਉਹਨਾਂ ਦੇ ਉੱਪਰਲੇ ਖਰਚੇ ਹੋਰ ਕਿੰਨਾ ਕੁਛ ਸਰਕਾਰ ਦੇ ਰਹੀ ਹੈ, ਕੋਸ਼ਿਸ਼ ਇੱਕੋ ਹੀ ਕਰ ਰਹੀ ਹੈ ਇਸ ਵੇਲੇ ਵੀ ਕਿਸੇ ਨਾ ਕਿਸੇ ਤਰ੍ਹਾਂ ਹੋਰ ਫੈਮਿਲੀ ਫਿਜ਼ੀਸ਼ੀਅਨ ਇੱਥੇ ਆ ਜਾਣ। ਪੂਰੇ ਦੇਸ਼ ਦੇ ਵਿੱਚ ਹੀ ਡਾਕਟਰਾਂ ਦੀ ਘਾਟ ਆ ਇਸ ਵੇਲੇ। ਜੇ ਇੱਥੇ ਜਿਹੜਾ 10 ਲੱਖ ਦੀ ਘਾਟ ਆ ਅਲਬਰਟ ਜਿਹੜੇ ਓਨਟਾਰੀਓ ਦੇ ਵਿੱਚ, ਉਹ ਤੋਂ ਜ਼ਿਆਦਾ ਡਾਕਟਰਾਂ ਦੀ ਘਾਟ ਆ। ਸੋ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਪੂਰਾ ਕਰਨ ਦੇ ਲਈ ਇਹ ਮਾਡਲ ਲਿਆਂਦਾ ਜਾ ਰਿਹਾ ਆ, ਤੇ ਇਹਦੇ ਨਾਲ ਕੁਦਰਤੀ ਤੌਰ 'ਤੇ ਫੈਮਿਲੀ ਫਿਜ਼ੀਸ਼ੀਅਨ ਜਿਹੜੇ ਹੋਰ ਵਧਣਗੇ, ਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇਸ ਘਾਟ ਤੋਂ ਛੁਟਕਾਰਾ ਮਿਲ ਸਕਦਾ। ਸ਼ੁੱਕਰਵਾਰ ਤੋਂ 11 ਮਿਲੀਅਨ ਕੈਨੇਡੀਅਨਸ ਜਿਹੜੇ ਹੈਗੇ ਉਹਨਾਂ ਨੂੰ GST ਵੱਧ ਕੇ ਮਿਲਣੀ ਸ਼ੁਰੂ ਹੋ ਜੂਗੀ, GST ਰਿਬੇਟ। ਇਹ ਇੱਕ ਚੰਗੀ ਖਬਰ ਹੈ। ਕੈਨੇਡਾ ਦੇ ਵਿੱਚ ਮਹਿੰਗਾਈ ਨਾਲ ਲੋਕ ਜੂਝ ਰਹੇ ਆ ਤੇ ਸਰਕਾਰ ਇਸ ਵੇਲੇ ਲੋਕਾਂ ਦੀ ਬਾਂਹ ਫੜ ਰਹੀ ਆ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਅਨਾਊਂਸਮੈਂਟ ਕੀਤੀ ਹੈ ਟਵਿੱਟਰ ਦੇ ਉੱਤੇ ਕੱਲ੍ਹ ਸਵੇਰੇ, ਜਿਹਦੇ ਵਿੱਚ ਬਿੱਲ C-30 ਦੇ ਵਿੱਚ ਜਿਹੜੀ ਹੈਗੀ ਆ ਅਕਤੂਬਰ 18 ਨੂੰ ਅਫੀਸ਼ੀਅਲੀ ਡਬਲ ਕਰ ਦਿੱਤੀ ਸੀ ਗੁਡਸ ਤੇ ਸਰਵਿਸਿਜ਼ ਟੈਕਸ ਕ੍ਰੈਡਿਟਸ ਜਿਹੜੇ ਅਗਲੇ 6 ਮਹੀਨਿਆਂ ਦੇ ਲਈ। ਸੋ ਫੈਡਰਲ ਸਰਕਾਰ ਇਹਦੇ ਵਿੱਚ ਵਾਧਾ ਕਰਨਾ ਜਾ ਰਹੀ ਹੈ। ਇੱਕ ਜਿਹੜਾ ਸਿੰਗਲ ਕੈਨੇਡੀਅਨ ਆ ਜਿਹਦੇ ਕੋਈ ਬੱਚਾ ਨਹੀਂ ਆ, ਉਹਨੂੰ $324, ਤੇ ਜਿਹੜਾ ਕਪਲ ਆ ਜਿਹਦੇ 2 ਬੱਚੇ ਹੈਗੇ ਉਹਨਾਂ ਨੂੰ $467 ਜ਼ਿਆਦਾ ਇਸ ਸਾਲ ਮਿਲਣਗੇ। ਤੇ ਜਿਹੜੇ ਸੀਨੀਅਰਸ ਨੇ, ਬਜ਼ੁਰਗ ਨੇ, ਉਹਨਾਂ ਨੂੰ ਔਨ ਐਨ ਐਵਰੇਜ ਐਡੀਸ਼ਨਲ $225 ਜ਼ਿਆਦਾ ਮਿਲਣਗੇ। ਫੈਡਰਲ ਸਰਕਾਰ ਨੇ ਇਹ ਵੀ ਜਿਹੜਾ ਕਿਹਾ ਹੈ ਕਿ ਜਿਹੜੀ GST ਕ੍ਰੈਡਿਟ ਆ ਉਹਨਾਂ ਲੋਕਾਂ ਤੱਕ ਜਲਦੀ ਪਹੁੰਚ ਜਾਣ ਜਿਨ੍ਹਾਂ ਨੂੰ ਇਹਦੀ ਲੋੜ ਆ। ਸਰਕਾਰ ਇਸ ਵੇਲੇ ਇਸ ਔਖੇ ਸਮੇਂ ਦੇ ਵਿੱਚ ਲੋਕਾਂ ਦੀ ਬਾਂਹ ਫੜ ਰਹੀ ਹੈ ਤੇ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰ ਰਹੀ ਹੈ। ਉਹਨਾਂ ਨੇ ਬਹੁਤ ਸਾਰੀਆਂ ਡਿਟੇਲਸ ਇਹਦੀਆਂ ਦਿੱਤੀਆਂ ਹੈ ਕਿ ਕਿੰਨੇ ਕਿੰਨੇ ਤੁਹਾਨੂੰ ਮਿਲਣੇ ਆ। ਇੱਕ ਜਿਹੜਾ ਸਿੰਗਲ ਸੀਨੀਅਰ ਆ 20,000 ਜਾਂ ਉਹ ਤੋਂ ਘੱਟ ਇਨਕਮ ਆ, ਉਹਨੂੰ $233 ਜੁਲਾਈ ਤੋਂ ਲੈ ਕੇ ਦਸੰਬਰ ਤੱਕ, ਤੇ $233 ਹੋਰ ਜਿਹੜੇ ਜਨਵਰੀ ਤੋਂ ਲੈ ਕੇ ਜੂਨ 2023 ਤੱਕ ਮਿਲਣਗੇ। ਇਸੇ ਤਰ੍ਹਾਂ ਜਿਹੜੇ ਵੱਖ-ਵੱਖ ਉਹਦੀਆਂ ਆਮਦਨ ਦੇ ਲੈਵਲਸ ਨੇ ਕਿ ਕਿੰਨੀ ਕਿਹਦੀ ਆਮਦਨ ਆ। ਇੱਕ ਕਪਲ ਜਿਹਦੇ 2 ਬੱਚੇ ਹੈਗੇ ਆ, ਨੈਟ ਇਨਕਮ ਉਹਦੀ 35,000 ਤੋਂ ਘੱਟ ਆ, ਉਹਨੂੰ $467 ਜੁਲਾਈ ਤੋਂ ਲੈ ਕੇ ਦਸੰਬਰ 2022 ਤੱਕ, ਤੇ ਜਿਹੜਾ ਹੁਣ ਹੈਗਾ ਤੇ ਦੂਜਾ $467 ਉਹਨੂੰ ਜਨਵਰੀ ਤੋਂ ਲੈ ਕੇ ਜੂਨ 2023 ਤੱਕ। ਇਸੇ ਤਰ੍ਹਾਂ ਹੋਰ ਬਾਕੀ ਵਾਧੇ ਜਿਹੜੇ ਕੀਤੇ ਗਏ ਆ, ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਜਿੰਨੀ ਜਲਦੀ ਹੋ ਸਕਦਾ ਉਹਨਾਂ ਨੂੰ ਇਹਦਾ ਫਾਇਦਾ ਦਿੱਤਾ ਜਾ ਸਕੇ। ਸੋ ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਤੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ, ਕੁਛ ਨਵੇਂ ਕੈਨੇਡਾ ਦੇ 8-10 ਮੁੱਦੇ ਤੁਹਾਡੇ ਨਾਲ ਸਾਂਝੇ ਕਰਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।